ਗੁਰੂ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨੇ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋ ਤਰਾ ਪਰ ਪੁੰਨ ਪੁੰਨ ਜੀ ਪੁੰਨ ਪੁੰਨ ਬੰਦੋ ਬਾਰੰਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕੀਨੇ ਆਪਨੇ ਸਦ੍ਰਿਸ਼ ਕਿਰਪਾਲਾ ਜਿਮ ਮਸ਼ਾਲ ਤੇ ਜਗੇ ਮਸ਼ਾਲਾ ਕਹਿ ਲਗ ਕਹੋ ਸੋ ਬਚਨ ਬਿਲਾਸ ਕਰੇ ਬੈਠ ਸਤਿਗੁਰ ਸੰਗ ਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਪਾਵਨ ਪਵਿੱਤਰ ਮੁਬਾਰਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਕੇ ਪਾਵਨ ਸਥਾਨਾਂ ਤੇ ਨਤਮਸਤਕ ਹੋ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। ਸਮਾਂ ਹੈ ਗੁਰ ਇਤਿਹਾਸ ਦੀ ਕਥਾ ਦਾ। ਆਪ ਨੇਮ ਸਹਿਤ ਪ੍ਰੇਮ ਸਹਿਤ ਰੋਜ਼ਾਨਾ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਸਥਾਨਾਂ ਤੇ ਜੁੜ ਕਰਕੇ ਤਥਾ ਟੀਵੀ ਮਾਧਿਅਮ ਦੇ ਰਾਹੀਂ ਘਰਾਂ ਵਿੱਚ ਬੈਠ ਕਰਕੇ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਜੀਵਨ ਦੇ ਦੁੱਖ ਕੱਟ ਦੇਣ ਵਾਲੀ ਮੁਬਾਰਕ ਕਥਾ ਸਤਿਗੁਰੂ ਮਹਾਰਾਜ ਜੀਓ ਕੀ ਆਪ ਨਿਤਾ ਪ੍ਰਤ ਪ੍ਰੇਮ ਸਹਿਤ ਸਰਵਣ ਕਰਦੇ ਹੋ।
ਸੋ ਜਿੱਥੇ ਕੱਲ ਦੇ ਦੀਵਾਨਾਂ ਦੌਰਾਨ ਸਮਾਪਤੀ ਹੋਈ ਸੀ, ਲੜੀ ਜੋੜਨ ਹਿਤ ਪੰਛੀ ਝਾਤ ਲਾਈਏ। ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਸੇਵਕ ਸ੍ਰੀ ਅਮਰਦਾਸ ਜੀਆਂ ਦੇ ਕੋਲ, ਬਾਬਾ ਅਮਰਦਾਸ ਜੀਆਂ ਦੇ ਕੋਲ ਗੋਇੰਦਵਾਲ ਸਾਹਿਬ ਦੇ ਪਾਵਨ ਮੁਬਾਰਕ ਸਥਾਨ ਤੇ ਜਾਂਦੇ ਹਨ। ਮਹਾਰਾਜ ਜੀਆਂ ਦਾ ਹੁਕਮ ਪਾ ਕਰਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੋਇੰਦਵਾਲ ਸਾਹਿਬ ਪਾਵਨ ਪਵਿੱਤਰ ਨਗਰ ਦਾ ਨਿਰਮਾਣ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਆਉਂਦੇ ਹਨ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਨਾਇਓ, ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਅੰਦਰ ਸਤਿਕਾਰਯੋਗ ਭੱਟ ਸਹਿਬਾਨ ਪਾਵਨ ਉਸ ਨਗਰੀ ਨੂੰ ਗੋਬਿੰਦਵਾਲ ਗੋਬਿੰਦਪੁਰੀ ਸਮ ਸਵਰਗਾਂ ਵੱਤ ਉਸ ਪਾਵਨ ਪਵਿੱਤਰ ਨਗਰੀ ਨੂੰ ਤਸ਼ਬੀਹ ਦਿੰਦੇ ਹਨ, ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੀਦਾਰ ਕੀਤੇ। ਬਿਆਸਾ ਦਰਿਆ ਦੇ ਕਿਨਾਰੇ ਤੇ ਪਾਵਨ ਪਵਿੱਤਰ ਜੋ ਨਿਰਮਾਣ ਕਰਵਾਇਆ ਸਤਿਗੁਰੂ ਜੀਆਂ ਨੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਦੇ ਅੰਦਰ ਦੀ ਵਿਆਕੁਲਤਾ ਨੂੰ ਜਾਣਦਿਆਂ ਹੋਇਆਂ, ਪ੍ਰੇਮ ਨੂੰ ਜਾਣਦਿਆਂ ਹੋਇਆਂ ਮਹਾਰਾਜ ਖਡੂਰ ਸਾਹਿਬ ਤੋਂ ਚੱਲਦੇ ਨੇ। ਪਾਤਸ਼ਾਹ ਗੋਇੰਦਵਾਲ ਸਾਹਿਬ ਨਗਰੀ ਵੱਲ ਨੂੰ ਆਏ। ਇਧਰੋਂ ਵੀ ਪਤਾ ਲੱਗ ਗਿਆ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਆਗਮਨ ਦਾ ਵੀ ਆ ਰਹੇ ਹਨ। ਸਤਿਕਾਰ ਦੇਣ ਹਿਤ ਪ੍ਰੇਮ ਸਹਿਤ ਨਗਰੀ ਤੋਂ ਬਾਹਰ ਆਏ ਮਹਾਰਾਜ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਅਮਰਦਾਸ ਜੀਆਂ ਨੂੰ ਨਗਰੀ ਤੋਂ ਬਾਹਰ ਬਿਆਸਾ ਦਰਿਆ ਦੇ ਕਿਨਾਰੇ ਬਰੇਤੀ ਤੇ ਬੈਠ ਗਏ, ਬਾਹਰ ਜਿੱਥੇ ਹੋਰ ਕੋਈ ਨਹੀਂ ਸੀ ਨੇੜੇ। ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜ ਜੀਆਂ ਨੂੰ ਉੱਚੇ ਥਾਈਂ ਬਿਠਾ ਕੇ ਸਤਿਗੁਰੂ ਜੀ ਥੋੜਾ ਜਿਹਾ ਟੋਇਆ ਹੱਥ ਨਾਲ ਹੀ ਪੁੱਟ ਕੇ ਹੇਠਾਂ ਉੱਠ ਕੇ ਬੈਠ ਗਏ ਕਿ ਪਾਤਸ਼ਾਹ ਮੇਰੇ ਅੰਦਰ ਇੰਨੀ ਸਮਤਾ ਨਹੀਂ ਕਿ ਮੈਂ ਆਪ ਜੀਆਂ ਦੇ ਬਰਾਬਰਤਾਈ ਵਿੱਚ ਬੈਠ ਸਕਾਂ। ਨੀਵੇਂ ਹੋ ਕੇ ਮਹਾਰਾਜ ਸ਼੍ਰੀ ਅਮਰਦਾਸ ਬਾਬਾ ਅਮਰਦਾਸ ਜੀ ਬੈਠੇ ਹਨ। ਜਦੋਂ ਭਾਈ ਸੱਤਾ ਭਾਈ ਬਲਵੰਡ ਜੀ ਦੀ ਵਾਰ ਦੇ ਦਰਸ਼ਨ ਕਰਨੇ ਹਾਂ, ਉਹਨਾਂ ਬਚਨ ਲਿਖੇ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਉ ਦਾਦੇ ਜੀਵਿਆ ਪੋਤਾ ਪਰਵਾਨ। ਕਹਿੰਦੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਜਿਵੇਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਤਿਵੇਂ ਹੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹਨ। ਇੱਥੇ ਪੋਤਾ ਸ਼ਬਦ ਤੀਸਰੀ ਥਾਂ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵਾਸਤੇ ਹੈ। ਦਾਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਪਿਓ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਪੋਤਾ ਸ਼ਬਦ ਲਿਖਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵਾਸਤੇ। ਪਿਉ ਦਾਦੇ ਜੇ ਵਿਆਹ ਪੋਤਾ ਪ੍ਰਵਾਨ, ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਦਾਨ। ਐਸੇ ਪਾਤਸ਼ਾਹ ਬਚਨ ਬਿਲਾਸ ਚੱਲੇ। ਮਹਾਰਾਜ ਜੀਆਂ ਨੇ ਸਰੀਰ ਦੀ ਨਾਸ਼ਮਾਨਤਾ ਦ੍ਰਿੜ ਕਰਵਾਈ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਾਣਦੇ ਹਨ ਕਿ ਆਉਣ ਵਾਲੇ ਸਮੇਂ ਦੇ ਅੰਦਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਿਰੰਜਨੀ ਛਤਰ ਸੀਸ ਤੇ ਝੁੱਲਣਾ ਹੈ, ਬਾਬਾ ਅਮਰਦਾਸ ਮਹਾਰਾਜ ਜੀਆਂ ਦੇ ਸੀਸ ਤੇ ਪਾਤਸ਼ਾਹ ਉਹਦੀ ਘਾੜਤ ਪਏ ਘੜ ਰਹੇ ਹਨ। ਉਪਦੇਸ਼ ਦਿੱਤਾ, ਨਿਰਮਲ ਉਪਦੇਸ਼ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ। ਬ੍ਰਹਮ ਦਾ ਗਿਆਨ ਕਰਵਾਇਆ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ। ਅੱਜ ਨਗਰੀ ਵਿੱਚ ਨਹੀਂ ਗਏ, ਕਿਉਂਕਿ
ਜਿੱਥੇ ਆਪਾਂ ਬਚਨ ਪੜ੍ਹਨੇ ਹਾਂ ਪਾਵਨ ਬਾਣੀ ਵਿੱਚੋਂ ਜਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ। ਭਾਈ ਗੁਰਦਾਸ ਸਾਹਿਬ ਜੀਆਂ ਨੇ ਤਾਂ ਕਿਆ ਸੋਹਣਾ ਨਿਰਣਾ ਕੀਤਾ, ਕਹਿੰਦੇ ਸਿੱਖ ਇੱਕ ਕਦਮ ਪੁੱਟੇ ਤੇ ਸਤਿਗੁਰੂ ਅੱਗੋਂ ਸੈਂਕੜੇ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਹਨ। ਕੋਈ ਪ੍ਰੇਮ ਸਹਿਤ ਤੁਰੇ ਤਾਂ ਸਹੀ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤ ਹੈ। ਕੋਈ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਸਤਿਗੁਰੂ ਜੀਆਂ ਦੇ ਖਜ਼ਾਨਿਆਂ ਦੇ ਅੰਦਰ ਕੋਈ ਦਮੜਾ ਪਾਏ, ਜਿੰਨੀ ਵੀ ਕੋਈ ਸ਼ਮਤਾ ਹੋਵੇ ਤੇ ਮਾਲਕ ਉਹਦੇ ਖਜ਼ਾਨੇ ਭਰ ਦਿੰਦੇ ਹਨ। ਪ੍ਰੇਮ ਸਹਿਤ ਕੋਈ ਮਾਲਕ ਦਾ ਧਿਆਨ ਧਰੇ। ਸ਼੍ਰੀ ਅਮਰਦਾਸ ਜੀਆਂ ਨੇ ਪ੍ਰੇਮ ਸਹਿਤ ਧਿਆਨ ਧਰਿਆ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਪਾਤਸ਼ਾਹ ਆਪ ਆਏ ਹਨ। ਸੇਵਕ ਦਾ ਹਾਲ ਮਹਾਰਾਜ ਜੀਆਂ ਨੇ ਜਾਣਿਆ, ਉਪਦੇਸ਼ ਨਿਰਮਲ ਉਪਦੇਸ਼ ਦਿੱਤਾ। ਪਰਸ ਪਰ ਇਸ ਵਿਦ ਵਿਚਾਰ ਹੋਈ। ਇੱਥੋਂ ਤੱਕ ਸਾਧ ਸੰਗਤ ਜੀਓ ਆਪਾਂ ਸਰਵਣ ਕੀਤਾ ਸੀ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਸੀਸ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤਿਆਦਿਕ ਕੈ ਗੁਰੂ ਸੁਜਾਨਾ। ਇਸ ਪ੍ਰਕਾਰ ਦੀਨ ਦਿਆਲ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬਾਬਾ ਅਮਰਦਾਸ ਜੀਆਂ ਦੇ ਨਾਲ ਇਹ ਬਚਨ ਕੀਤੇ। ਅਹੰ ਬ੍ਰਹਮ ਦ੍ਰਿੜ ਆਤਮ ਗਿਆਨਾ। ਅਹੰ ਬ੍ਰਹਮ, ਇਹਦਾ ਨਿਰਮਲ ਗਿਆਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹਿਰਦੇ ਅੰਦਰ ਕਰਵਾ ਦਿੱਤਾ। ਸੰਸਾਰ ਦੀ ਨਾਸ਼ਮਾਨਤਾ ਸਰੀਰ ਸਦੀਵੀ ਨਹੀਂ ਹੈ, ਮੌਤ ਹੈ ਸਰੀਰ ਦੀ, ਪਰ ਜੋ ਅੰਦਰ ਉਸ ਪਰਿਪੂਰਨ ਪਰਮਾਤਮਾ ਦੀ ਜੋਤ ਹੈ ਉਹਦੀ ਮੌਤ ਨਹੀਂ, ਉਸ ਸੰਸਾਰ ਦੇ ਅੰਦਰ ਹੈ। ਕਿਸ ਪ੍ਰਕਾਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਇੱਕ ਮਿਕਤਾ ਹਾਸਲ ਕਰਨੀ ਹੈ। ਮਨ ਤੂੰ ਜੋਤ ਸਰੂਪ, ਜੋ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਫਿਰ ਬਾਅਦ ਵਿੱਚ ਬਚਨ ਉਚਾਰਦੇ ਹਨ, ਉਹਦਾ ਨਿਰਮਲ ਗਿਆਨ ਮਹਾਰਾਜ ਜੀ ਨੇ ਕਰਵਾਇਆ। ਕੀਨੇ ਆਪਨੇ ਸਦ੍ਰਿਸ਼ ਕਿਰਪਾਲਾ। ਮਹਾਰਾਜ ਜੀਆਂ ਨੇ ਅੱਖਾਂ ਸਾਵੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬਿਠਾਲ ਕਰਕੇ ਬਚਨ ਮਹਾਰਾਜ ਜੀ ਨੇ ਕੀਤੇ। ਜਿਮ ਮਸ਼ਾਲ ਤੇ ਜਗੇ ਮਸ਼ਾਲਾ। ਕਹਿੰਦੇ ਇਸ ਪ੍ਰਕਾਰ ਮਹਾਰਾਜ ਨਿਰਮਲ ਉਪਦੇਸ਼ ਦੇ ਰਹੇ ਹਨ, ਜਿਵੇਂ ਇੱਕ ਮਿਸਾਲ ਤੋਂ ਦੂਸਰੀ ਮਿਸਾਲ ਜਗਦੀ ਹੈ। ਮਿਸਾਲ ਨੇ ਦੂਸਰੀ ਮਿਸਾਲ ਜਗਾਈ, ਜਿੰਨਾ ਵੀ ਉਹਦੇ ਕੋਲ ਗੁਣ ਸੀ ਉਹਨੇ ਤੀਸਰੀ ਵਿੱਚ ਭਰ ਦਿੱਤਾ। ਇੱਕ ਦੀਪਕ ਤੋਂ ਦੂਸਰਾ ਦੀਪਕ ਜਗਿਆ, ਦੂਸਰੇ ਤੋਂ ਤੀਸਰਾ ਜਗਿਆ। ਹੁਣ ਕੋਈ ਇਹ ਨਿਰਣਾ ਨਹੀਂ ਕਰ ਸਕਦਾ ਵੀ ਪਹਿਲਾਂ ਕਿਹੜਾ ਜਗਿਆ ਸੀ, ਬਾਅਦ ਵਿੱਚ ਕਿਹੜਾ ਜਗਿਆ ਸੀ। ਇੱਕ ਦੀਪਕ ਨੇ ਜਿੰਨਾ ਗੁਣ ਸੀ ਆਪਣਾ, ਮਸ਼ਾਲ ਨੇ ਜਿੰਨਾ ਗੁਣ ਸੀ ਦੂਸਰੇ ਵਿੱਚ ਭਰ ਦਿੱਤਾ ਕਿ ਉਹਦੇ ਅੰਦਰ ਇੰਨੀ ਤਾਕਤ ਹੈ ਕਿ ਹੁਣ ਆਪਣੇ ਤੋਂ ਚੌਥੇ ਦੇ ਅੰਦਰ ਵੀ ਉਹ ਜੋਤ ਜਗਾ ਦੇਣਗੇ। ਜਿਮ ਮਸ਼ਾਲ ਤੇ ਜਗ੍ਹਾ ਮਸ਼ਾਲਾ, ਦੀਪਕ ਤੇ ਦੀਪਕ ਪ੍ਰਗਾਸਿਆ। ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਅੰਦਰ ਉਹ ਮਸ਼ਾਲ ਜਗਾ ਦਿੱਤੀ। ਕਹਿ ਲਗ ਕਉ ਸੋ ਬਚਨ ਬਿਲਾਸ। ਇਹ ਗੁਰੂ ਕੇ ਸਿੱਖੋ, ਕਿੱਥੋਂ ਤੱਕ ਮਹਾਰਾਜ ਜੀਆਂ ਦੇ ਪਾਵਨ ਮੁਬਾਰਕ ਬਚਨਾਂ ਨੂੰ ਕਹੀਏ। ਕਰੇ ਬੈਠ ਸਤਿਗੁਰ ਸੰਗ ਦਾਸ। ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬੈਠ ਕਰਕੇ ਸੇਵਕ ਜਾਣੇ ਜਿਸ ਪ੍ਰਕਾਰ ਬਚਨ ਕੀਤੇ ਹਨ। ਔਰ ਉਠੇ ਤੈ ਤੇ ਜਗਨਾਥਾ। ਜਗਤ ਦੇ ਨਾਥ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਸ ਬ੍ਰਿਤੀ ਤੋਂ ਮਹਾਰਾਜ ਉੱਠਦੇ ਹਨ। ਸਹਿਤ ਪ੍ਰੇਮ ਗੈ ਸੇਵਕ ਹਾਥਾ। ਤੁਰਨ ਲੱਗਿਆ ਮਹਾਰਾਜ ਜੀਆਂ ਨੇ ਸੇਵਕ ਦਾ ਹੱਥ ਪਕੜ ਲਿਆ। ਬਾਬਾ ਅਮਰਦਾਸ ਜੀ, ਸ਼੍ਰੀ ਅਮਰਦਾਸ ਜੀ ਭਾਵੇਂ ਉਮਰ ਦੇ ਅੰਦਰ ਮਹਾਰਾਜ ਜੀਆਂ ਤੋਂ ਵੱਡੇ ਹਨ। ਸ਼੍ਰੀ ਅਮਰਦਾਸ ਉਮਰ ਕਰਕੇ ਵੱਡੇ ਹਨ। ਸਤਿਗੁਰੂ ਮਹਾਰਾਜ ਤੁਰਨ ਲੱਗਿਆ ਬਾਬਾ ਅਮਰਦਾਸ ਜੀਆਂ ਦੇ ਹੱਥ ਪਕੜ ਕਰਕੇ ਤਨ ਤਨ
ਭਾਖਤ ਸੰਗ ਜਾਤੇ। ਨਾਲੋਂ ਮੁਖੋਂ ਬਚਨ ਕਰਦੇ ਹਨ ਧੰਨ ਧੰਨ ਇਸ ਪ੍ਰਕਾਰ ਕਹਿੰਦਿਆਂ ਹੋਇਆਂ ਨਾਲ ਹੀ ਲੈ ਕੇ ਤੁਰ ਪਏ। ਬਾਰ ਬਾਰ ਦਰਸ਼ਨ ਨਿਰਖਾਤੇ। ਵਾਰ-ਵਾਰ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਬਾਬਾ ਅਮਰਦਾਸ ਜੀ ਦੀਦਾਰ ਪਏ ਕਰਦੇ ਹਨ। ਪੰਥ ਬਰੋਬਰ ਗਮਨੇ ਜਾਏ। ਔਰ ਨਾਲ ਹੀ ਇਕੱਠੇ ਪੰਥ ਰਸਤੇ ਤੋਂ ਜਾ ਰਹੇ ਹਨ, ਬਰਾਬਰ ਹੀ ਤੁਰੇ ਜਾ ਰਹੇ ਹਨ, ਕਿਉਂਕਿ ਮਹਾਰਾਜ ਜੀਆਂ ਨੇ ਹੱਥ ਪਕੜਿਆ ਹੋਇਆ ਹੈ ਨਾ। ਸ਼੍ਰੀ ਅਮਰਦਾਸ ਜੀਆਂ ਦੇ ਪਾਵਨ ਪਵਿੱਤਰ ਹਸਤ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਆਪਣੇ ਨਾਲ ਲੈ ਕੇ ਤੁਰੇ ਹੋਏ ਹਨ। ਗਹਿ ਕਰ ਦਾਹਨ ਕਰ ਕਰ ਮਾਏ। ਔਰ ਮਹਾਰਾਜ ਜੀਆਂ ਨੇ ਸੱਜਾ ਹੱਥ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸੱਜਾ ਹੱਥ ਮਹਾਰਾਜ ਜੀਆਂ ਨੇ ਪਕੜਿਆ ਹੋਇਆ ਹੈ। ਬਾਮ ਹੱਥ ਸ਼੍ਰੀ ਅਮਰ ਸੁਭਾਇਤ। ਔਰ ਖੱਬੀ ਬਾਹ ਜਿਵੇਂ ਜਿਵੇਂ ਤੁਰਦਿਆਂ ਤੁਰਦਿਆਂ ਸ਼੍ਰੀ ਅਮਰਦਾਸ ਜੀ ਉਸੇ ਪ੍ਰਕਾਰ ਦੇ ਨਾਲ ਪਏ ਤੁਰ ਰਹੇ ਹਨ। ਔਰ ਖੱਬਾ ਹੱਥ ਥੋੜਾ ਢਿੱਲਾ ਛੱਡਿਆ ਹੋਇਆ ਹੈ। ਲਟਕਤ ਜਾਤ ਸੋ ਤਰੇ ਡੁਲਾਇਤ। ਔਰ ਤੁਰਦਿਆਂ ਤੁਰਦਿਆਂ ਸਹਿ ਸੁਭਾਗ ਧਿਆਨ ਨਾ ਰਿਹਾ ਹੇਠਾਂ ਤੁਰਦਿਆਂ ਹੋਇਆ। ਇਸ ਵਿਦਿਆਵਤ ਪੰਥ ਖਡੂਰੇ। ਇਸ ਪ੍ਰਕਾਰ ਚੱਲਦਿਆਂ ਹੋਇਆਂ ਖਡੂਰ ਸਾਹਿਬ ਦੇ ਮੁਬਾਰਕ ਰਸਤੇ ਤੇ ਚੱਲੇ ਹਨ। ਸੇਵਕ ਸੰਗ ਲੀਏ ਗੁਰ ਪੂਰੇ। ਹੋਰ ਵੀ ਜਿਹੜੇ ਦੂਰ ਸੇਵਕ ਸਨ ਉਹਨਾਂ ਨੂੰ ਵੀ ਨਾਲ ਲਿਆ। ਕਿਤ ਕਰਾ ਚੱਲ ਕਰ ਜਬ ਆਏ। ਜਦੋਂ ਥੋੜਾ ਰਾਹ ਇਸ ਪ੍ਰਕਾਰ ਮਹਾਰਾਜ ਜੀਆਂ ਨੇ ਹੱਥ ਨਹੀਂ ਛੱਡਿਆ। ਸੇਵਕ ਦਾ ਹੱਥ ਬਾਬਾ ਅਮਰਦਾਸ ਜੀਆਂ ਦਾ ਪਾਵਨ ਹਸਤ ਮਹਾਰਾਜ ਜੀਆਂ ਨੇ ਉਸੇ ਪ੍ਰਕਾਰ ਪਕੜੀ ਰੱਖਿਆ। ਨਾਲ ਲੈ ਕੇ ਆਏ ਹਨ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਵਾਲੇ ਰਸਤੇ ਤੇ ਜਾ ਰਹੇ ਹਨ। ਤਬ ਸ਼੍ਰੀ ਅਮਰ ਜੋ ਭੁਜਾ ਡੁਲਾਏ। ਇਹਨੇ ਤੁਰਦਿਆਂ ਤੁਰਦਿਆਂ ਧਿਆਨ ਨਾ ਰਿਹਾ ਸ਼੍ਰੀ ਅਮਰਦਾਸ ਜੀਆਂ ਦਾ ਜਿਹੜਾ ਖੱਬਾ ਹੱਥ ਚਲਦਿਆਂ ਚਲਦਿਆਂ ਤੇਜ਼ ਹੋ ਗਿਆ। ਭਈ ਅਚਾਨਕ ਗੁਰ ਕੇ ਆਗੇ। ਜਦੋਂ ਤੁਰਦਿਆਂ ਖੱਬਾ ਹੱਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਅਗਾਂਹ ਨੂੰ ਹੋ ਕੇ ਧਿਆਨ ਨਾ ਰਿਹਾ। ਬਾਂਹ ਪਈ ਡੋਲੀ ਥੋੜੀ ਜੀ ਅਗਾਂਹ ਨੂੰ ਸਤਿਗੁਰੂ ਮਹਾਰਾਜ ਜੀਆਂ ਤੋਂ ਥੋੜੀ ਜੀ ਅਗਾਂਹ ਨੂੰ ਹੋਈ। ਦੇਖਤ ਅਮਰਦਾਸ ਵੱਡ ਭਾਗੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇੱਕੋ ਦਮ ਫਿਰ ਧਿਆਨ ਕੀਤਾ। ਬੜੀ ਚਿੰਤ ਚਿਤ ਦਾਰੁਨ ਭਾਰੀ। ਇੱਕੋ ਦਮ ਮਨ ਵਿੱਚ ਸੋਚਣ ਲੱਗੇ, ਉਹ ਮਣਾ ਮੂਰਖਾ, ਤੂੰ ਏਡੀ ਵੱਡੀ ਅਵਗਿਆ ਕਰ ਦਿੱਤੀ ਹੈ। ਮਹਾ ਅਵਗਿਆ ਗੁਰ ਕੀ ਧਾਰੀ। ਤੂੰ ਸਤਿਗੁਰੂ ਮਹਾਰਾਜ ਜੀਆਂ ਦੀ ਇੱਕ ਵੱਡੀ ਅਵਗਿਆ ਤੇਥੋਂ ਭੁੱਲ ਹੋਈ ਹੈ। ਬਾਮ ਬਾਹਾਂ ਪੀ ਡੋਲ ਅਗਾਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਅਗਾਂਹ ਨੂੰ ਤੁਹਾਡੀ ਬਾਂਹ ਜੂ ਹੋਈ ਹੈ। ਤੁਰਦਿਆਂ ਤੁਰਦਿਆਂ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਤੋਂ ਡੋਲ ਕਰਕੇ ਬਾਂਹ ਜੋ ਅਗਾਂਹ ਨੂੰ ਹੋ ਗਈ, ਇਹ ਭਾਰੀ ਭੁੱਲ ਹੋਈ ਹੈ। ਸਤਿਗੁਰ ਇਸ ਨੇ ਕੀਨ ਪਿਛਾਰੇ। ਸਤਿਗੁਰੂ ਮਹਾਰਾਜ ਜੀਆਂ ਨੂੰ ਇਸ ਬਾਂਹ ਨੇ ਪਿੱਛੇ ਕਰ ਦਿੱਤਾ ਹੈ। ਬਾਂਹ ਅਗਾਂਹ ਨੂੰ ਹੋ ਗਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਛੇ ਨੂੰ ਹੋ ਗਏ ਹਨ। ਕਿਤਨਾ ਐਸਾ ਅੰਦਰ ਅਦਬ ਸੀ, ਕਿਤਨਾ ਐਸਾ ਸਤਿਕਾਰ ਸੀ ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ। ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੀਸ ਤੇ ਨਿਰੰਜਨੀ ਛਤਰ ਮਹਾਰਾਜ ਜੀਆਂ ਨੇ ਝੁਲਾਏ, ਐਸੀ ਵੱਡੀ ਘਾਲ ਕਮਾਈ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੀ ਕਿ ਉਹਨਾਂ ਨੇ ਇਸ ਗੱਲ ਦਾ ਵੀ ਧਿਆਨ ਕੀਤਾ ਤੇ ਗੁਰੂ ਤੋਂ ਅੱਗੇ ਨਾ ਲੰਘ ਜਾਈ। ਸਿੱਖਾ ਜੀਵਨ ਦੇ ਅੰਦਰ ਤੂੰ ਕਿਤਨਾ ਵੀ ਸਿਆਣਾ ਹੋ ਜਾਏ, ਤੂੰ ਗੁਰੂ ਨਾਲੋਂ ਸਿਆਣਾ ਨਹੀਂ। ਜੇ ਤੁਰਨਾ ਹੈ ਗੁਰੂ ਦਾ ਪੱਲਾ ਪਕੜ ਕੇ ਗੁਰੂ ਦੇ ਪਿੱਛੇ ਤੁਰ, ਗੁਰੂ ਦੇ ਅੱਗੇ ਲੱਗ ਕੇ ਨਾ ਤੁਰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਿੱਖ ਸਿਆਣਾ ਹੋ ਗਿਆ ਹੈ। ਸਿੱਖ ਆਪਣੇ ਆਪ ਨੂੰ ਕਹਿੰਦਾ ਮੈਂ ਸਿਆਣਾ। ਇਹ ਜੇ ਜੀਵਨ ਵਿੱਚ ਇਦਾਂ ਨਹੀਂ, ਇਹ ਗੱਲ ਇਸ ਪ੍ਰਕਾਰ ਹੋਣੀ ਚਾਹੀਦੀ ਸੀ। ਜੇ ਸਤਿਗੁਰੂ ਥੋੜੀ ਛੋਟ ਇਸ ਪਾਸਿਓਂ ਦੇ ਦਿੰਦੇ, ਸਿੱਖੀ ਬੜੀ ਵੱਧ ਜਾਣੀ ਸੀ। ਸਿੱਖ ਆਪਣੇ ਆਪ ਨੂੰ ਕਈ ਵਾਰ ਜਦੋਂ ਸਿਆਣਾ ਸਮਝਦਾ ਹੈ। ਇਹਦਾ ਨਿਰਣਾ ਭਗਤ ਨਾਮਦੇਵ ਸਾਹਿਬ ਜੀਆਂ ਨੇ ਕੀਤਾ। ਚਿੱਤ ਕਰਦਾ ਹੈ ਇਤਿਹਾਸ ਦੀ ਕਥਾ ਆਪਾਂ ਤੁਰੀ ਜਾਈਏ, ਫਿਰ ਜਿੱਥੇ ਲੋੜ ਪੈਂਦੀ ਆ ਆਪਾਂ ਰੁਕ ਕਰਕੇ ਫਿਰ ਉਹਦੀ ਵਿਆਖਿਆ ਵਿੱਚ ਜੁੜਦੇ ਹਾਂ। ਬਚਨ ਕੀਤਾ ਭਗਤ ਨਾਮਦੇਵ ਜੀਆਂ ਨੇ, ਕਹਿਣ ਲੱਗੇ ਸੂਈ ਅੱਗੇ ਲੱਗਦੀ ਹੈ, ਧਾਗਾ ਪਿੱਛੇ ਰਹਿੰਦਾ ਹੈ।
ਕਦੇ ਧਾਗਾ ਅੱਗੇ ਲੱਗ ਕੇ ਤਾਂ ਨਹੀਂ ਚੱਲਦਾ, ਜਿੱਧਰ ਜਿੱਧਰ ਸੂਈ ਜਾਏ ਧਾਗਾ ਉਹਦੇ ਮਗਰ ਜਾਂਦਾ ਹੈ। ਸ਼ਬਦ ਨੇ ਰਸਤਾ ਦੱਸਣਾ ਹੈ, ਸਿੱਖ ਦੀ ਸੁਰਤ ਧਾਗਾ ਹੈ, ਉਹਦੇ ਮਗਰ ਮਗਰ ਤੁਰੀ ਜਾਏ। ਜਿਸ ਪਾਸੇ ਮਹਾਰਾਜ ਜੀ ਆਂਦਾ ਸ਼ਬਦ ਲੈ ਕੇ ਤੁਰੇ ਤੇ ਫਿਰ ਉਹ ਆਪਣੇ ਮੁਬਾਰਕ ਜੀਵਨ ਦੇ ਅੰਦਰ ਮਾਲਕ ਦੇ ਦੱਸੇ ਹੋਏ ਰਸਤੇ ਦਾ ਧਾਰਨੀ ਬਣ ਜਾਂਦਾ ਹੈ। ਕਿਤਨਾ ਜੀਵਨ ਦੇ ਅੰਦਰ ਇਸ ਗੱਲ ਦਾ ਧਿਆਨ ਕੀਤਾ, ਕਹਿੰਦੇ ਸਤਿਗੁਰੂ ਜੀਆਂ ਦੀ ਮੈਥੋਂ ਭਾਰੀ ਅਵੱਗਿਆ ਹੋ ਗਈ, ਮੇਰੀ ਬਾਂਹ ਮਹਾਰਾਜ ਜੀਆਂ ਤੋਂ ਅਗਾਂਹ ਨੂੰ ਕਿਉਂ ਹੋਈ ਹੈ। ਐਸਾ ਕਰਕੇ ਚਿੰਤੇ ਦੇ ਅੰਦਰ ਹਿਰਦੇ ਅੰਦਰ ਬੜਾ ਝੂਰਦੇ ਹਨ। ਲਖ ਅਪਰਾਧ ਸੋ ਪੁਜਾ ਬਿਸਾਰੀ। ਕਹਿੰਦੇ ਇਹ ਵੱਡਾ ਮੈਥੋਂ ਅਪਰਾਧ ਜੋ ਹੋਇਆ ਹੈ, ਇਹ ਗੱਲ ਮੈਂ ਭੁੱਲ ਗਿਆ। ਤੂਰਨ ਸੁਖ ਚਾਵਨ ਕੋ ਧਾਰੀ। ਉਦੋਂ ਫਿਰ ਉਹਨਾਂ ਨੇ ਆਪਣੇ ਸਰੀਰ ਦੇ ਨਾਲ ਹੀ ਬਾਂਹ ਨੂੰ ਘੁੱਟ ਕੇ ਆਪਣੇ ਸਰੀਰ ਦੇ ਨਾਲ ਲਾ ਲਿਆ। ਹੁਣ ਧਿਆਨ ਕੀਤਾ ਕਿ ਇਸ ਪ੍ਰਕਾਰ ਤੁਰਦਿਆਂ ਹੋਇਆ ਝੋਲ ਪੈ ਕੇ ਬਾਂਹ ਡੋਲ ਨਾ ਜਾਏ। ਛਾਤੀ ਸੰਗ ਲਾਏ ਸੋ ਲੀਨਸ। ਆਪਣੇ ਘੁੱਟ ਕੇ ਉਸ ਖੱਬੇ ਬਾਂਹ ਨੂੰ ਘੁੱਟ ਕੇ ਛਾਤੀ ਨਾਲ ਪਾਤਸ਼ਾਹ ਜੀਆਂ ਨੇ, ਸ਼੍ਰੀ ਅਮਰਦਾਸ ਜੀਆਂ ਨੇ, ਸੇਵਕ ਨੇ ਲਾ ਲਿਆ। ਤਿਸ ਛਿਨ ਨੇਮ ਏਵ ਕਰ ਲੀਨਸ। ਪ੍ਰਕਾਰ ਉਸੇ ਟਾਈਮ ਹੀ ਹਿਰਦੇ ਅੰਦਰ ਇਹ ਨੇਮ ਧਾਰਨ ਕਰ ਲਿਆ ਕਿ ਚਿੱਤ ਅੰਦਰ ਇਹ ਵਿਚਾਰ ਆਈ, ਅਬ ਇਸ ਕੋ ਆਪਣੀ ਨੈ ਜਾਨੋ। ਇਥੋਂ ਭੁੱਲ ਹੋਈ ਹੈ ਇਸ ਬਾਂਹ ਤੋਂ, ਇਹ ਹੁਣ ਇਹਦੀ ਇਹ ਵੱਡੀ ਭਾਰੀ ਅਵੱਗਿਆ ਦੀ ਜੋ ਇਥੋਂ ਗਲਤੀ ਹੋਈ ਹੈ, ਇਹਨੂੰ ਹੁਣ ਇਸ ਪ੍ਰਕਾਰ ਦੇ ਨਾਲ ਖਿਮਾ ਨਹੀਂ ਕੀਤਾ ਜਾ ਸਕਦਾ। ਕੀਨੋ ਗੁਰ ਅਪਰਾਧ ਪਛਾਨੋ। ਸਤਿਗੁਰੂ ਜੀਆਂ ਦੇ ਭਾਰੀ ਅਪਰਾਧ ਇਹਨੇ ਕੀਤਾ ਹੈ। ਕਾਰਜ ਇਸ ਕੇ ਸਾਥ ਨ ਕਰੋ। ਇਹ ਤਾਂ ਹੁਣ ਇਸ ਪ੍ਰਕਾਰ ਦੇ ਨਾਲ ਮਨ ਵਿੱਚ ਧਾਰ ਲਿਆ ਕਿ ਇਹ ਬਾਂਹ ਹੁਣ ਸਰੀਰ ਦੇ ਨਾਲ ਹੈ ਹੀ ਨਹੀਂ, ਇਹਦੇ ਇਸ ਬਾਂਹ ਦੇ ਨਾਲ ਹੁਣ ਕੋਈ ਵੀ ਕਾਰਜ ਨਹੀਂ ਕਰਨਾ। ਨੈ ਮਮਤਾ ਕੋ ਮਨ ਮੈਂ ਧਰੋ। ਕੋਈ ਵੀ ਮਨ ਅੰਦਰ ਆਪਣੇ ਅੰਗ ਦੀ ਮਮਤਾ ਆਦ ਨਹੀਂ ਲਿਆਉਣੀ। ਜਬ ਲਗ ਮੈਂ ਤਨ ਕੋ ਧਾਰੋ। ਜਦੋਂ ਤੱਕ ਮੈਂ ਇਸ ਸਰੀਰ ਦੇ ਵਿੱਚ ਹਾਂ, ਤਿਸ ਕੇ ਸੰਗ ਨ ਕਛੂ ਸੁਧਾਰੋ। ਇਸ ਬਾਂਹ ਦੇ ਨਾਲ, ਇਸ ਹੱਥ ਨਾਲ ਮੈਂ ਕੋਈ ਕਾਰਜ ਕਰਨਾ ਹੀ ਨਹੀਂ, ਕਿਉਂ ਜੋ ਇਥੋਂ ਭੁੱਲ ਹੋਈ ਹੈ। ਛਾਤੀ ਸਾਥ ਲਾਏ ਸੋ ਹਾਥ। ਇਸੇ ਤਰ੍ਹਾਂ ਹੱਥ ਨੂੰ ਘੁੱਟ ਕਰਕੇ ਛਾਤੀ ਨਾਲ ਲਾ ਕਰਕੇ ਤੁਰੇ ਗਏ ਹਨ। ਚਲੇ ਜਾਤ ਸੰਗ ਸ਼੍ਰੀ ਗੁਰਨਾਥ। ਗੁਰੂ ਅੰਗਦ ਦੇ ਮਹਾਰਾਜੀਆਂ ਦੇ ਨਾਲ ਉਸੇ ਤਰ੍ਹਾਂ ਪਰਸਪਰ ਬਾਤ ਕਰਦਿਆਂ ਹੋਇਆਂ ਜਾ ਰਹੇ ਹਨ। ਇੱਕ ਹੱਥ ਦਾਹਨ ਤੇ ਤਬੋਂ। ਇੱਕ ਹੱਥ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਪਕੜਿਆ ਹੋਇਆ ਹੈ। ਕਿਰਿਆ ਸੁਧਾਰਤ ਭੇ ਤਨ ਸਭੋਂ। ਉਸੇ ਦੇ ਨਾਲ ਹੀ ਕਹਿੰਦੇ ਮਨ ਦੇ ਅੰਦਰ ਇਹੋ ਵਿਚਾਰ ਸੀ ਵੀ ਇਹਦੇ ਨਾਲ ਹੀ ਹੁਣ ਹੱਥ ਦੇ ਨਾਲ ਹੀ ਜੀਵਨ ਦੇ ਕਾਰਜ ਸੁਧਾਰਨੇ ਹਨ। ਜੇ ਤਕ ਤਨ ਆਦਿਕ ਕੀ ਕਾਰੇ। ਇਹ ਵੀ ਤਨ ਆਦਿ ਦੀ ਕਾਰ ਹੈ। ਨਹੀਂ ਬਾਮ ਸੋ ਕਬਹੁ ਸੁਧਾਰੇ। ਉਸ ਖੱਬੇ ਹੱਥ ਦੇ ਨਾਲ ਜੀਵਨ ਦੇ ਜਿਹੜੇ ਕਾਰਜ ਹਨ ਨਹੀਂ ਕਰਨੇ। ਇਹੋ ਸ਼੍ਰੀ ਅੰਮ੍ਰਿਤ ਓ ਕਸ ਕਰੀ। ਇਸ ਪ੍ਰਕਾਰ ਦੇ ਨਾਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਅੰਦਰ ਜੀਵਨ ਦੇ ਅੰਦਰ ਉਹਨਾਂ ਇਹ ਨੇਮ ਬਣਾਇਆ। ਅੰਗ ਅੰਗ ਗੁਰ ਭਗਤੀ ਤਰੀ। ਅੰਗ ਅੰਗ ਦੇ ਅੰਦਰ ਜਿਨ੍ਹਾਂ ਦੇ ਪਾਵਨ ਪਵਿੱਤਰ ਮਾਲਕ ਦੇ ਪ੍ਰੇਮਾ ਭਗਤੀ ਭਰੀ ਹੋਈ ਹੈ। ਇਸ ਵਿਦੇ ਅਪਰਜ ਕੋ ਨਰ ਕਰੇ। ਸਾਧ ਸੰਗਤ ਜੀਓ, ਜੇ ਕੋਈ ਸਤਿਗੁਰੂ ਜੀਆਂ ਦਾ ਪ੍ਰੇਮ ਇਸ ਪ੍ਰਕਾਰ ਕੋਈ ਕਿਣਕਾ ਮਾਤਰ ਵੀ ਮਾਲਕ ਦਾ ਡਰ, ਮਾਲਕ ਦਾ ਭੈ ਆਪਣੇ ਜੀਵਨ ਵਿੱਚ ਲੈ ਕੇ ਆਏ, ਕੋਈ ਮਾਲਕ ਦਾ ਡਰ, ਕੋਈ ਮਾਲਕ ਦਾ ਭੈ ਆਪਣੇ ਜੀਵਨ ਵਿੱਚ ਕੋਈ ਲੈ ਕਰਕੇ ਜੇ ਕੋਈ ਆਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਖਸ਼ਾਤ ਸਵਯੰ ਵਿੱਚ ਹਨ, ਕੋਲ ਬੈਠੇ ਹੋਏ ਹਨ। ਜੇ ਐਸਾ ਸਿੱਖ ਆਪਣੇ ਹਿਰਦੇ ਅੰਦਰ ਇੰਨੀ ਗੱਲ ਵਿਚਾਰ ਵੀ ਲਵੇ, ਭੁਗਤ ਮੁਕਤ ਲੈ ਭਵ ਜਲ ਤਰੇ। ਭਵ ਸਾਗਰ ਤੋਂ ਭਗਤੀ ਮੁਕਤੀ ਲੈ ਕਰਕੇ ਭਵ ਸਾਗਰ ਤੋਂ ਪਾਰ ਹੋ ਜਾਏਗਾ। ਸ਼੍ਰੀ ਅੰਗਦ ਅਵਲੋਕ ਪ੍ਰਸੰਨੇ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਜੀਆਂ ਦੀ ਭਗਤੀ, ਉਹਨਾਂ ਦੀ ਭਾਵਨਾ, ਉਹਨਾਂ ਦਾ ਪ੍ਰੇਮ ਵੇਖ ਕਰਕੇ ਪਾਤਸ਼ਾਹ ਜੀ ਪ੍ਰਸੰਨ ਹੋਏ ਹਨ। ਕਰ ਸੋ ਛੁਡਾਇਓ
ਕਹਿ ਧਨ ਤੇ ਧੰਨੇ। ਮਹਾਰਾਜ ਜੀਆਂ ਨੇ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਿਹੜਾ ਉਹ ਨੇਮ ਸੀ ਨਾ, ਮਹਾਰਾਜ ਜੀਆਂ ਨੇ ਫਿਰ ਇਹ ਕਹਿ ਕੇ ਛਡਵਾ ਦਿੱਤਾ ਵੀ ਤੁਹਾਡੀ ਭਗਤੀ ਭਾਵਨਾ ਬਹੁਤ ਹੈ, ਹੁਣ ਤੁਸੀਂ ਬਸ ਕਰੋ। ਜੋ ਤੁਸੀਂ ਇਹ ਆਪਣਾ ਨੇਮ ਬਣਾਇਆ ਸੀ ਕਿਸ ਖੱਬੀ ਬਾਹ ਨਾਲ ਕੋਈ ਜੀਵਨ ਦਾ ਕਾਰਜ ਨਹੀਂ ਸੁਧਾਰਨਾ। ਤੇ ਮਹਾਰਾਜ ਕਹਿਣ ਲੱਗੇ ਗੁਰਮੁਖਾ ਕੋਈ ਗੱਲ ਨਹੀਂ, ਅਣਜਾਣ ਪੁਣੇ ਵਿੱਚ ਜੋ ਤੈਥੋਂ ਭੁੱਲ ਹੋਈ ਹੈ ਕੋਈ ਬਾਤ ਨਹੀਂ, ਹੁਣ ਤੁਸੀਂ ਇਸ ਬਾਤ ਨੂੰ ਆਪਣੇ ਹਿਰਦੇ ਤੇ ਬੋਝ ਨਾ ਸਮਝੋ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਪੁਰਖਾ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਭਾਵਨਾ ਭਗਤੀ ਇੰਨੀ ਸੀ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਜੀਵਨ ਦੀ ਕਈ ਵਾਰ ਆਪ ਜੀਆਂ ਨਾਲ ਬਚਨ ਕੀਤਾ। ਜਦੋਂ ਸਿੱਧਾ ਨੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਕਿਹਾ ਕਿ ਜੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਕੋਲੋਂ ਨਹੀਂ ਹਾਰੇ, ਕਿਸੇ ਕੋਲ ਨਹੀਂ ਨਿਵੇਂ, ਕਹਿੰਦੇ ਅਸਾਂ 3 ਵਾਰ ਗੋਸ਼ਟੀ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਸਾਡੇ ਕੋਲੋਂ ਨਹੀਂ ਹਾਰੇ, ਨਿਵੇਂ ਨਹੀਂ। ਕੁੱਲ ਦੁਨੀਆ ਭ੍ਰਮਣ ਕੀਤੀ, ਪਾਤਸ਼ਾਹ ਕਿਸੇ ਅੱਗੇ ਨਹੀਂ ਝੁਕੇ। ਸਿੱਧ ਪੁੱਛ ਰਹੇ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ, ਭਾਈ ਲੈਣਾ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਐਸੀ ਕਿਹੜੀ ਸ਼ੈ ਆਪ ਜੀਆਂ ਕੋਲ ਸੀ ਜੋ ਜਗਤ ਗੁਰੂ ਨਾਨਕ ਕਿਸੇ ਕੋਲ ਨਹੀਂ ਨਿਵੇਂ, ਤੁਹਾਡੇ ਕੋਲ ਕਿਵੇਂ ਝੁਕ ਗਏ? ਤੁਹਾਡੇ ਸਾਹਮਣੇ ਕਿਵੇਂ ਝੁਕ ਗਏ, ਕਿਵੇਂ ਮੱਥਾ ਟੇਕ ਦਿੱਤਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਅੰਦਰ ਮਹਾਰਾਜ ਜੀਆਂ ਦੇ ਜਿਹੜੇ ਬਚਨ ਆਪਾਂ ਪੜ੍ਹਨੇ ਆ ਕਿ ਸਤਿਗੁਰੂ ਜੀਆਂ ਨੇ ਜਿਉਂਦਿਆਂ ਪ੍ਰਥਮ ਆਪ ਮੱਥਾ ਟੇਕਿਆ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ। ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਬਚਨ ਸਨ ਲੋਕੋ, ਤੁਹਾਨੂੰ ਭੁਲੇਖਾ ਹੈ ਕਿ ਉਹਨਾਂ ਨੇ ਮੈਨੂੰ ਮੱਥਾ ਟੇਕਿਆ, ਪਰ ਉਹਨਾਂ ਨੇ ਤਾਂ ਜਿਵੇਂ ਇੱਕ ਬੱਚਾ ਮਿੱਟੀ ਵਿੱਚ ਲਿਬੜਦਾ ਪਿਆ ਹੋਵੇ, ਰੂੜੀ ਤੇ ਪਿਆ ਕੋਈ ਮਿੱਟੀ ਵਿੱਚ ਰਿੜ ਰਿਹਾ ਹੋਵੇ ਤੇ ਮਾਂ ਉਹਨੂੰ ਚੁੱਕਣ ਵਾਸਤੇ ਨਿਆਉਂਦੀ ਹੈ, ਗੁਰੂ ਨੇ ਤਾਂ ਮੈਨੂੰ ਮਿੱਟੀ ਵਿੱਚੋਂ ਚੁੱਕਿਆ ਹੈ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤੁਹਾਨੂੰ ਲੱਗਦਾ ਹੈ ਕਿ ਗੁਰੂ ਨੇ ਮੱਥਾ ਟੇਕਿਆ, ਪਰ ਗੁਰੂ ਨੇ ਤਾਂ ਮੈਨੂੰ ਮਿੱਟੀ ਵਿੱਚ ਰਿੜਦੇ ਹੋਏ ਨੂੰ ਗੁਰੂ ਨੇ ਮੈਨੂੰ ਚੁੱਕਿਆ। ਉਹ ਉਹਨਾਂ ਦੀ ਭਗਤੀ, ਇੰਨੀ ਪ੍ਰੇਮਾ ਭਾਵਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ। ਮਹਾਰਾਜ ਕਹਿਣ ਲੱਗੇ ਤੁਸੀਂ ਧੰਨ ਹੋ। ਔਰ ਮੈਂ ਜਾਤੇ ਕਰਤ ਵਿਚਾਰਾ। ਇਸ ਪ੍ਰਕਾਰ ਤੁਰਦਿਆਂ ਹੋਇਆਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹਿਰਦੇ ਅੰਦਰ ਵਿਚਾਰਦੇ ਹਨ, ਇਹ ਦੇਵੇਂ ਉਪਦੇਸ਼ ਉਦਾਰਾ। ਸੰਸਾਰ ਨੂੰ ਬੜਾ ਨਿਰਮਲ ਉਪਦੇਸ਼ ਇਹ ਪੁਰਖ ਦੇਣਗੇ। ਭਗਤ ਕਰੇ ਨਰ ਵਿੱਚ ਸਤ ਸੰਗਤ। ਔਰ ਸੰਗਤ ਦੇ ਅੰਦਰ ਮਾਲਕ ਦੀ ਪ੍ਰੇਮਾ ਭਗਤੀ, ਮਾਲਕ ਦਾ ਨਿਰਮਲ ਉਪਦੇਸ਼, ਗੁਰੂ ਕੀ ਬਾਣੀ ਦਾ ਇਹ ਉਪਦੇਸ਼, ਨਿਰਮਲ ਉਪਦੇਸ਼ ਸੰਗਤਾਂ ਨੂੰ ਵੰਡਣਗੇ। ਸਤਨਾਮ ਸੰਗ ਹੋਵਤ ਰੰਗਤ। ਸਤਨਾਮ ਦੇ ਵਿੱਚ ਰੰਗੇ ਹੋਏ ਰੂਹ ਹੈ। ਇਸ ਤੇ ਹੋਏ ਉਧਾਰ ਹਜ਼ਾਰਾਂ। ਇਹਨਾਂ ਦੇ ਕੋਲੋਂ ਹਜ਼ਾਰਾਂ ਦਾ ਉਧਾਰ ਹੋਵੇਗਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਪਾਸੋਂ। ਸਿੱਖੀ ਮਾਰਗ ਕੋ ਵਿਸਤਾਰ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਲਾਏ ਹੋਏ ਸਿੱਖੀ ਦੇ ਬੂਟੇ ਨੂੰ ਇਹ ਭਲੀ ਭਾਂਤ ਪਾਣੀ ਦੇ ਕਰਕੇ ਸਿੰਚਣਗੇ। ਪਹੁੰਚੇ ਜਾਏ ਖਡੂਰ ਮਝਾਰੂ। ਇਸ ਪ੍ਰਕਾਰ ਪਰਸਪਰ ਵਾਰਤਾ ਕਰਦਿਆਂ ਹਿਰਦੇ ਅੰਦਰ ਵਿਚਾਰ ਕਰਦਿਆਂ ਮਹਾਰਾਜ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੇਵਕ ਦੀ ਬਾਹ ਪਕੜ ਕਰਕੇ ਖਡੂਰ ਸਾਹਿਬ ਉੱਥੇ ਨਾਲ ਹੀ ਲੈ ਗਏ। ਬੈਠੇ ਬੌਰ ਸਿੰਘਾਸਨ ਚਾਰੂ। ਮਹਾਰਾਜ ਸੁੰਦਰ ਸਿੰਘਾਸਨ ਪਰ ਸੁਸ਼ੋਭਿਤ ਹੋਏ ਹਨ। ਇੱਕ ਸ਼੍ਰੀ ਅਮਰ ਹੀਰ ਹਰ ਖਾਏ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਦਾਰ ਕਰਕੇ ਤ੍ਰਿਪਤ ਨਹੀਂ ਹੋ ਰਹੇ। ਚਿੱਤ ਵਿੱਚ ਹੈ ਕਿ ਮੈਂ ਪਾਤਸ਼ਾਹ ਜੀਆਂ ਦੇ ਹੋਰ ਦੀਦਾਰ ਕਰਾਂ। ਬਾਕ ਬਿਲਾਸਨ ਦਿਵਸ ਬਿਤਾਏ। ਔਰ ਇਸ ਪ੍ਰਕਾਰ ਪਰਸਪਰ ਬਚਨ ਬਿਲਾਸ ਕਰਦਿਆਂ ਦਿਵਸ ਬਤੀਤ ਹੋਇਆ। ਸੰਧਿਆ ਸਮੇਂ ਜਬੇ ਨਿਰਾਨਾ। ਵਿਚਾਰਿਆ ਕਿ ਸ਼ਾਮ ਦਾ ਵੇਲਾ ਹੋ ਚੁੱਕਾ ਹੈ। ਕਯੋ ਜਾਓ ਪੁਰਖਾ ਨਿਜ ਥਾਨਾ। ਔਰ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬਚਨ ਕੀਤੇ ਪੁਰਖਾ ਹੁਣ ਤੁਸੀਂ ਵਾਪਸ ਨਗਰੀ ਵਿੱਚ ਜਾਓ, ਕਿਉਂਕਿ ਹਿਰਦੇ ਦੀ ਜਾਣਦੇ ਸਨ ਮਹਾਰਾਜ ਕਿ ਸੇਵਕ ਜਨ ਸ੍ਰੀ ਅਮਰਦਾਸ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਮਹਾਰਾਜ ਸੰਗਤ ਕੀਤੀ ਜਾਏ। ਮਹਾਰਾਜ ਜੀਆਂ ਨੇ ਸ਼ਾਮ ਦਾ ਵੇਲਾ ਹੋਇਆ, ਸੰਧਿਆ ਦਾ ਵੇਲਾ ਹੋਇਆ ਤੇ ਬਚਨ ਕੀਤੇ ਪੁਰਖਾ
ਹੁਣ ਤੁਸੀਂ ਵਾਪਸ ਗੋਇੰਦਵਾਲ ਸਾਹਿਬ ਨੂੰ ਵਾਪਸ ਤੁਸੀਂ ਨਗਰੀ ਵੱਲ ਜਾਵੋ। ਆਇਸ ਪਾਏ ਚਲੇ ਤਿਸ ਭਾਂਤੀ। ਆਗਿਆ ਪਾ ਕਰਕੇ ਉਸੇ ਤਰ੍ਹਾਂ ਪਾਤਸ਼ਾਹ ਜੀਆਂ ਦੇ ਕੋਲੋਂ ਆਗਿਆ ਲੈ ਕਰਕੇ ਤੁਰੇ ਹਨ। ਗੁਰ ਦਿਸ਼ ਮੁਖ ਗਮਨੇ ਪਸਚਾਤੀ। ਗੁਰੂ ਵੱਲ ਮੁਖ ਹੈ ਤੇ ਪਿਛਲ ਪੈਰ ਪਏ ਤੁਰਦੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਹਮੇਸ਼ਾ ਗੁਰੂ ਵੱਲ ਆਪਣਾ ਮੁਖ ਰੱਖੇ, ਗੁਰੂ ਵੱਲ ਮੁਖ ਰੱਖੇ, ਸਾਰੇ ਚਿੰਤਾ ਝੋਰੇ ਫਿਰ ਪਿਛਾ ਨੂੰ ਆਪੇ ਹੋ ਜਾਣਗੇ। ਗੁਰੂ ਵੱਲ ਕਦੇ ਕੰਡ ਨਾ ਕਰੇ, ਗੁਰੂ ਦੇ ਸ਼ਬਦ ਤੋਂ ਕਦੇ ਬੇਮੁਖਤਾਈ ਨਾ ਕਰੇ। ਗੁਰੂ ਵੱਲ ਮੁਖ ਕਰਕੇ ਪਿਛਲ ਪੈਰੀ ਸ੍ਰੀ ਅਮਰਦਾਸ ਜੀ ਤੁਰੇ ਹਨ। ਤੀਨ ਕੋਸ ਚੱਲ ਕਰ ਹੋਏ ਖਰੇ। ਕੋ ਤੱਕ ਤੁਰ ਕਰਕੇ ਉੱਥੇ ਖਲੋ ਕੇ ਗੁਰੂ ਧਿਆਨ ਧਰ ਬੰਦਨਾ ਕਰੇ। ਗੁਰੂ ਦਾ ਧਿਆਨ ਧਰ ਕੇ 3 ਕੋ ਤੱਕ ਪਿਛਲ ਪੈਰ ਤੁਰ ਕੇ ਫਿਰ ਇੱਕ ਥਾਂ ਖਲੋ ਕੇ ਗੁਰੂ ਦਾ ਧਿਆਨ ਧਾਰ ਕੇ ਅਰਦਾਸ ਕਰਕੇ ਫਿਰ ਤੁਰਦੇ ਹਨ। ਕੋਸ ਰਹੇ ਜਦ ਗੋਇੰਦਵਾਲ। ਇੱਕ ਕੋ ਗੋਇੰਦਵਾਲ ਸਾਹਿਬ ਨਗਰੀ ਰਹਿ ਗਈ। ਪੁਰ ਕੀ ਦਿਸ਼ ਮੁਖ ਕਰ ਤਬ ਚਾਲੇ। ਨਗਰੀ ਵੱਲ ਮੁਖ ਕਰਕੇ ਗੋਇੰਦਵਾਲ ਨਗਰੀ ਵੱਲ ਮੁਖ ਕਰਕੇ ਫਿਰ ਤੁਰਦੇ ਹਨ। ਜਾਏ ਆਪਨੇ ਧਾਮ ਬਿਰਾਜੇ। ਜਾ ਕੇ ਫਿਰ ਉਹ ਆਪਣੀ ਨਗਰੀ ਦੇ ਅੰਦਰ ਆਪਣੇ ਘਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਾ ਬਿਰਾਜੇ ਹਨ। ਜਿਨ ਕੇ ਧਿਆਨ ਤਰੇ ਜਮ ਭਾਜੇ। ਐਸੇ ਪਾਤਸ਼ਾਹ ਜਿਨ੍ਹਾਂ ਦੇ ਧਿਆਨ ਧਰਨ ਦੇ ਨਾਲ ਜਮ ਆਦ ਨੱਠ ਜਾਂਦੇ ਹਨ। ਪ੍ਰੇਮ ਨਿਰੰਤਰ ਹਿਰਦੇ ਪ੍ਰਵਾਉ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਿਹੜਾ ਪ੍ਰੇਮ ਹੈ ਨਿਰੰਤਰ ਪਾਤਸ਼ਾਹ ਪ੍ਰਤੀ ਵੱਧ ਰਿਹਾ ਹੈ। ਚਿਤਵੇਂ ਗੁਰ ਸਰੂਪ ਮਨ ਮਾਉ। ਔਰ ਗੁਰੂ ਦੇ ਸਰੂਪ ਨੂੰ ਹੀ ਹਿਰਦੇ ਅੰਦਰ ਹਮੇਸ਼ਾ ਚਿਤਵਦੇ ਹਨ। ਮੁਖ ਤੇ ਬੋਲੇ ਤੋ ਗੁਰ ਨਾਮੋ। ਇਹ ਬੋਲਦੇ ਹਨ ਮੁਖ ਤੋਂ ਕੋਈ ਬਚਨ ਕਹਿੰਦੇ ਹਨ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਚੇਤੇ ਕਰਦੇ ਹਨ। ਬਚਨ ਹਨ ਨਾ ਸਤਿਕਾਰਯੋਗ ਭੱਟ ਸਾਹਿਬਾਨਾਂ ਨੇ ਗਾਏ। ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋਹੇ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ 21 ਲੀਨੋ। ਕਹਿੰਦੇ ਜੇ ਜਾਗਦੇ ਨੇ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਉਹਨਾਂ ਦਾ ਧਿਆਨ ਜੇ ਸੌਂਦੇ ਨੇ ਤੇ ਸੁਪਨੇ ਵੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ। ਜੇ ਜਾਗਦੇ ਹਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਧਿਆਨ ਮੁਖ ਤੇ ਬੋਲੇ ਤੋ ਗੁਰ ਨਾਮੂ। ਜੇ ਮੁਖੋਂ ਕੋਈ ਬਚਨ ਕਰਦੇ ਹਨ ਤਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਧਿਆਨ ਧਾਰਦੇ ਹਨ। ਸੁਨੇ ਸ਼੍ਰੋਨ ਕੀਰਤਨ ਸੁਖ ਧਾਮੋ। ਔਰ ਜੇ ਸਰਵਣ ਵੀ ਕਰਦੇ ਹਨ ਤੇ ਸਰਵਣ ਵੀ ਪਾਵਨ ਪਵਿੱਤਰ ਨਿਰਮਲ ਬਾਣੀ ਦੇ ਉਪਦੇਸ਼ ਗੁਰੂ ਦੀ ਪ੍ਰੇਮਾ ਭਗਤੀ। ਅਪਰ ਨ ਦੇਖਿਓ ਸੁਨਿਓ ਨ ਭਾਵੇਂ। ਹੁਣ ਹੋਰ ਕੁਝ ਨਾ ਵੇਖਣ ਨੂੰ ਨਾ ਚਾਖਣ ਨੂੰ ਹੋਰ ਕੁਝ ਵੀ ਚਿੱਤ ਨਹੀਂ ਕਰਦਾ। ਬਸ ਚਿੱਤ ਕੀ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪ੍ਰੇਮ ਦੇ ਅੰਦਰ ਐਸੇ ਭਿੱਜੇ ਹੋਏ ਹਨ। ਇੱਕ ਸਤਿਗੁਰ ਕੀ ਉਰ ਲਿਵ ਲਾਵੇ। ਇੱਕੋ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਲਿਵ ਹਿਰਦੇ ਅੰਦਰ ਐਸੀ ਤਾਰ ਜੂ ਜੁੜ ਚੁੱਕੀ ਹੈ। ਜਬ ਸਿਮਰੇ ਤਬ ਦਰਸ਼ਨ ਕਰੇ। ਜਦੋਂ ਪਾਤਸ਼ਾਹ ਜੀਆਂ ਨੂੰ ਸਿਮਰਦੇ ਹਨ ਜਦੋਂ ਵੀ ਸਿਮਰਨ ਉਦੋਂ ਫਿਰ ਪ੍ਰਤੱਖ ਦਿਦਾਰ ਹੀ ਪਾਉਂਦੇ ਹਨ। ਬ੍ਰਹਮ ਗਿਆਨ ਕੋ ਨਿਤ ਉਰ ਧਰੇ। ਔਰ ਉਸ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਦੇ ਹਨ ਸ੍ਰੀ ਅਮਰਦਾਸ ਜੀ। ਕਿਉਂਕਿ ਮਾਲਕ ਜੀ ਘਾੜਤ ਪਏ ਘੜ ਰਹੇ ਹਨ। ਜਿਸ ਦੇ ਅੱਗੇ ਪਾਤਸ਼ਾਹ ਜੀਆਂ ਨੇ ਝੁਕ ਜਾਣਾ ਹੈ ਹੁਣ ਉਹਦੀ ਘਾੜਤ ਪਈ ਘੜੀ ਜਾ ਰਹੀ ਹੈ। ਜੋ ਸਾਧ ਨਾਮ ਹੈ ਕਿਸੇ ਨੂੰ ਸਾਧਣ ਦਾ ਸਰੀਰ ਤਾਂ ਸਾਰਿਆਂ ਦਾ ਮਾਲਕ ਨੇ ਇੱਕ ਤਰ੍ਹਾਂ ਦਾ ਬਣਾਇਆ ਹੈ। ਉਹੀ ਸਕੈਲਟਨ ਓਨੀਆਂ ਹੱਡੀਆਂ ਗੁਰਮੁਖ ਦੇ ਵਿੱਚ ਨੇ ਓਨੀਆਂ ਹੱਡੀਆਂ ਮਨਮੁਖ ਵਿੱਚ ਨੇ। ਉਹੀ ਲਹੂ ਮਿੱਝ ਉਸੇ ਵਿੱਚ ਹੈ ਪਰ ਕੋਈ ਤਾਂ ਫਰਕ ਮਾਲਕ ਨੇ ਰੱਖਿਆ ਹੈ। ਇੱਕ ਨੇ ਆਪਣੇ ਸਰੀਰ ਨੂੰ ਸਾਧ ਸਾਧ ਕੇ ਕੋਈ ਸਾਧੂ ਜੀਵਨ ਬਣ ਗਿਆ। ਉਹਨੇ ਆਪਣੇ ਜੀਵਨ ਨੂੰ ਸਾਧ ਲਿਆ। ਰਸਤੇ ਵਿੱਚ ਜਾਈਏ ਤੇ ਕੋਈ ਪਿਆ ਹੋਏ ਰਸਤੇ ਅੰਦਰ ਕੋਈ ਜਿੱਥੇ ਮੂਰਤੀ ਘੜਦੇ ਨੇ ਉਹਨੂੰ ਜਾ ਕੇ ਪੁੱਛ ਲਈਏ ਵੀ ਇਹਦਾ ਮੂਰਤੀ ਦਾ ਕੀ ਰੇਟ ਆ। ਜੋ ਤੂੰ ਘਾੜਤ ਘੜੀ ਹੈ ਉਹ ਕਹੇਗਾ ਜੀ ਇਹਦਾ ਇੰਨਾ ਰੇਟ ਹੈ। ਤੈਨੂੰ ਕਹਿ ਦਵੋ ਵੀ ਇਹਦੇ ਵਰਗਾ ਸੀ ਪੱਥਰ ਤੈਨੂੰ ਹੋਰ ਦੇ ਦਿੰਨੇ ਹਾਂ। ਪੱਥਰ ਦੇ ਭਾਰ ਦਾ ਪੱਥਰ ਤੂੰ ਸਾਨੂੰ ਦੇ
ਉਹ ਕਹੇਗਾ ਨਹੀਂ, ਇਹਦੇ ਉੱਪਰ ਮੇਰੀ ਮਿਹਨਤ ਲੱਗੀ ਹੈ, ਮੈਂ ਬੈਠ ਕੇ ਕਈ ਸਾਲ ਇਹਨੂੰ ਤਰਾਸ਼ਿਆ ਹੈ, ਤਰਾਸ਼ ਕੇ ਮਿਹਨਤ ਕਰਕੇ ਫਿਰ ਮੈਂ ਇਹਨੂੰ ਘੜਿਆ ਹੈ। ਪਾਤਸ਼ਾਹ ਹੁਣ ਉਹ ਜੀਵਨ ਪਏ ਘੜ ਰਹੇ ਹਨ, ਜਿਹਦੇ ਅੱਗੇ ਝੁਕ ਜਾਣਾ ਹੈ। ਮਾਲਕ ਜੀ ਐਸਾ ਜੀਵਨ ਲਗਾਤਾਰ 12 ਵਰੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਅਥਾਹ ਸੇਵਾ ਕਾਲੀ, ਤੇ ਜਦੋਂ ਡਿੱਗੇ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ। ਕਹਿੰਦੇ ਪੁਰਖਾ, ਜਦੋਂ ਇੱਕ ਫਲ ਦੇ ਅੰਦਰ ਰਸ ਭਰ ਜਾਏ ਫਿਰ ਉਹ ਟਾਹਣੀ ਨਾਲੋਂ ਡਿੱਗ ਪੈਂਦਾ ਹੈ। ਡਿੱਗੇ ਹੋਏ ਨੂੰ ਫਿਰ ਮਾਲਕ ਆਪਣੇ ਘਰ ਵਿੱਚ ਲਿਜਾ ਕੇ ਥਾਂ ਦੇ ਦਿੰਦਾ ਹੈ। ਪੁਰਖਾ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਪ੍ਰਵਾਨ ਹੋਏ ਹੋ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਨਿਤਾ ਪ੍ਰਤ ਇਸ ਪ੍ਰਕਾਰ ਸ਼੍ਰੀ ਅਮਰਦਾਸ ਜੀ ਧਿਆਨ ਧਾਰਦੇ ਹਨ। ਦੋਹਰਾ ਇੱਕ ਦਿਨ ਸ਼੍ਰੀ ਅੰਗਦ ਗੁਰੂ ਗਮਨੇ ਗੋਇੰਦਵਾਲ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕੁਝ ਇੱਕ ਦਿਨ ਲੰਘਣ ਪਛਾਤ ਫਿਰ ਪਾਤਸ਼ਾਹ ਖਡੂਰ ਸਾਹਿਬ ਦੇ ਪਾਵਨ ਸਥਾਨਾਂ ਤੋਂ ਗੋਇੰਦਵਾਲ ਸਾਹਿਬ ਨਗਰੀ ਨੂੰ ਆਏ ਹਨ। ਸੇਵਕ ਕੋ ਦਰਸ਼ਨ ਦਿਓ, ਕਹਿ ਸੁਨ ਬਚਨ ਰਸਾਲ। ਸੇਵਕ ਨੂੰ ਦਰਸ਼ਨ ਦਿਦਾਰ ਦੇ ਕਰਕੇ ਤਥਾ ਨਿਰਮਲ ਪਾਵਨ ਪਵਿੱਤਰ ਮਿੱਠੇ ਬਚਨ ਕਹਿ ਕਰਕੇ ਚੋਪਈ ਸਹਿਜ ਸੁਭਾਇਕ ਆਵਤ ਚਲੇ। ਵਾਪਸੀ ਪਾਤਸ਼ਾਹ ਜੀ ਚੱਲ ਰਹੇ ਹਨ ਗੋਇੰਦਵਾਲ ਸਾਹਿਬ ਤੋਂ ਵਾਪਸ ਖਡੂਰ ਸਾਹਿਬ ਨੂੰ। ਮਗ ਮੈਂ ਸਿੰਘਾਂ ਉੱਪਲ ਮਿਲੇ। ਰਸਤੇ ਵਿੱਚ ਸਿੰਘਾਂ ਉੱਪਲ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਿਆ ਹੈ। ਦੇਖਤਈ ਪਗ ਬੰਧਨ ਕਰੀ। ਦੇਖਿਆ ਪਾਤਸ਼ਾਹ ਜੀਆਂ ਨੂੰ ਆ ਰਹੇ ਹਨ ਸਿੰਘੇ ਉੱਪਲ ਨੇ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਆਉਂਦਿਆਂ ਤੱਕ ਕਰਕੇ ਨਮਸਕਾਰ ਕੀਤੀ ਹੈ। ਭਇਓ ਨਮਰ ਉਰ ਸ਼ਰਦਾ ਤਰੀ। ਦਾਰ ਪਾ ਕਰਕੇ ਹਿਰਦੇ ਅੰਦਰ ਪ੍ਰਸੰਨ ਹੋਇਆ। ਮਹਾਰਾਜ ਜੀਆਂ ਦੇ ਪ੍ਰਤੀ ਹਿਰਦੇ ਅੰਦਰ ਸ਼ਰਧਾ ਆਈ ਹੈ। 100 ਛਾਂਗ ਸੰਗ ਤੈ ਆਹੇ। ਕੋਲ ਉਹਦੇ ਲਗਭਗ 100 ਦੇ ਕਰੀਬ ਬੱਕਰੇ ਉਹਦੇ ਕੋਲ ਆ ਰਿਹਾ ਸੀ। ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਇਧਰੋਂ ਆ ਗਏ। ਲਗਭਗ ਉਹਦੇ ਕੋਲ 100 ਦੇ ਕਰੀਬ ਬੱਕਰੇ ਸਨ। ਤਿਨ ਕੋ ਦੇਖ ਗੁਰੂ ਬਚ ਕਏ। ਮਹਾਰਾਜ ਜੀ ਵੇਖ ਕਰਕੇ ਸੀਏ ਉੱਪਲ ਕੋਲ ਆਇਆ। ਪਾਤਸ਼ਾਹ ਜੀਆਂ ਨੂੰ ਪ੍ਰਥਮ ਪਹਿਲੀ ਵਾਰ ਮਿਲਿਆ। ਵੇਖ ਕੇ ਮਹਾਰਾਜ ਜੀਆਂ ਦੇ ਕੋਲ ਪਾਤਸ਼ਾਹ ਕਹਿਣ ਲੱਗੇ, ਪੁਰਖਾ ਇਹ ਕੀ ਹੈ? ਓ ਸ਼ੀਹਾਂ ਇਹੋ ਕਿਤ ਤੇ ਲਿਆਏ। ਭਾਈ ਸਿੰਘਾਂ, ਇਹ ਕਿਧਰੋਂ ਤੁਸੀਂ ਆ ਰਹੇ ਹੋ? ਕਿੱਥੋਂ ਤੁਸੀਂ ਲੈ ਕਰਕੇ ਇਹ ਸਾਰਾ ਇੱਜੜ ਤੁਸੀਂ ਕਿਸ ਪਾਸਿਓਂ ਤੁਰੇ ਆ ਰਹੇ ਹੋ? ਕਿਉਂਕਿ ਨਸ ਇਨ ਕੋ ਸਮੁਦਾਏ। ਵੱਡੀ ਗੱਲ ਇਹ ਦੱਸ ਵੀ ਇੰਨੇ ਇਕੱਠੇ ਕੀਤੇ ਕਿਉਂ ਹਨ? ਕਾਸ ਵਾਸਤੇ ਤੁਸੀਂ ਇੰਨੇ ਇਹ ਬੱਕਰੇ ਇਤਨੇ ਇਕੱਤਰ ਕਿਉਂ ਕੀਤੇ ਹਨ? ਸੁਨ ਕਰ ਜੋਰੇ ਕਹਿਓ ਬਿਰਤੰਤ। ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਲੱਗਾ ਕਹਿਣ, ਏ ਸ਼੍ਰੀ ਸਤਿਗੁਰ ਜੀ ਭਗਵੰਤ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀਓ ਮਹਾਰਾਜ, ਮੋਏ ਪੁੱਤਰ ਕੋ ਮੁੰਡਨ ਆਏ। ਮਹਾਰਾਜ ਮੇਰੇ ਘਰ ਦੇ ਅੰਦਰ ਪੁੱਤਰ ਦੀ ਦਾਤ ਮਾਲਕ ਨੇ ਦਿੱਤੀ ਤੇ ਉਹਦਾ ਹੁਣ ਮੁੰਡਣ ਦਾ ਵੇਲਾ ਹੈ। ਜੋ ਇੱਕ ਰਸਮ ਕੀਤੀ ਜਾਂਦੀ ਪ੍ਰਥਮ ਵਰੀ ਅਨਮਤ ਦੇ ਅੰਦਰ, ਹਿੰਦੂ ਸਨਾਤਨ ਮਤ ਦੇ ਅੰਦਰ, ਕਿ ਮੇਰੇ ਪੁੱਤਰ ਦਾ ਮੁੰਡਣ ਹੈ ਤੇ ਉਹਦੀਆਂ ਮੈਂ ਤਿਆਰੀਆਂ ਵੱਡੇ ਇਹ ਸਾਰੀਆਂ ਤਿਆਰੀਆਂ ਕਰ ਰਿਹਾ ਹਾਂ। ਬੜ ਉਤਸਾਹ ਕਰਿਓ ਹਮ ਚਾਹੀ। ਅਸੀਂ ਬੜਾ ਵੱਡਾ ਇੱਕ ਉਤਸ਼ਾਹ ਭਾਰੀ ਇਕੱਠ ਕਰਨਾ ਚਾਹੁੰਦੇ ਹਾਂ। ਹਮਰੀ ਕੁਲ ਸਭ ਇਕੱਠੀ ਹੋਏ। ਜਿੰਨੀ ਵੀ ਸਾਡੀ ਸਾਰੀ ਕੁੱਲ ਹੈ, ਦੂਰ ਦਰਾਡੇ ਜਿੰਨੀ ਵੀ ਸਾਡੀ ਬਰਾਦਰੀ ਦੇ ਲੋਕ ਹਨ, ਉਹ ਸਾਰੇ ਇੱਕ ਦਿਨ ਇਕੱਠੇ ਹੋਵਾਂਗੇ। ਵੱਡੇ ਹਮਾਰਨ ਕੀ ਬਿਦ ਸੋਏ। ਸਾਡੀ ਕੁੱਲ ਦੇ ਅੰਦਰ ਪੁਰਾਣੇ ਸਮੇਂ ਤੋਂ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ। ਜਦੋਂ ਵੀ ਕੋਈ ਪੁੱਤਰ ਦਾ ਮੁੰਡਨ ਕੀਤਾ ਜਾਏ ਤੇ ਇਸ ਬਿਦ ਸਾਰੀ ਬਰਾਦਰੀ ਅਸੀਂ ਇਕੱਠੇ ਹੋ ਕਰਕੇ ਜੇ ਖੁਸ਼ੀ ਦੇ ਅੰਦਰ ਅਸੀਂ 100 ਦੇ ਕਰੀਬ ਬੱਕਰੇ ਮਾਰ ਕਰਕੇ ਅਸੀਂ ਫਿਰ ਉਹਨੂੰ ਛਕਦੇ ਹਾਂ। ਇਸ ਬਿਦ ਕਰਨ ਆਏ ਵਿਵਹਾਰ। ਪ੍ਰਾਤਨ ਸਮੇਂ ਤੋਂ ਹੀ ਸਾਡਾ ਇਹ ਵਿਵਹਾਰ ਹੈ।
ਆਵੇਂ ਆਮਿਕ ਕਰੇ ਆਹਾਰ। ਸਾਰੀ ਬਰਾਦਰੀ ਇਕੱਠੀ ਹੋ ਕਰਕੇ ਫਿਰ ਉਸ ਦਿਨ ਅਸੀਂ ਆਮਿਖ ਦਾ ਇਹਦਾ ਸੇਵਨ ਕਰਦੇ ਹਾਂ। ਸਦਾ ਜਠੇਰਨ ਰੀਤ ਹਮਾਰੇ। ਸਾਡੇ ਜਠੇਰਿਆਂ ਦੀ ਰੀਤ ਪੁਰਾਣੀ ਇਹੋ ਤੁਰੀ ਆਈ ਹੈ। ਓਦਨ ਆਮਿਕ ਦੇਹ ਆਹਾਰੇ। ਉਸ ਦਿਨ ਅਸੀਂ ਆਮਿਖ ਇਹ ਮਾਸ ਦਾ ਸੇਵਨ ਅਸੀਂ ਸਾਰਿਆਂ ਨੂੰ ਕਰਦੇ ਤਥਾ ਕਰਾਉਂਦੇ ਹਾਂ। ਖੁਸ਼ੀ ਅਨੇਕ ਪ੍ਰਕਾਰਨ ਹੋਏ। ਨਾਨਾ ਪ੍ਰਕਾਰ ਦੀ ਖੁਸ਼ੀ ਦੇ ਅੰਦਰ ਅਸੀਂ ਜੁੜਦੇ ਹਾਂ। ਹੋਏ ਮੇਲ ਕੁਲ ਕੇ ਸਭ ਕੋਏ। ਨਾਲੇ ਵੱਡੀ ਬਾਤ ਸਾਰੀ ਬਰਾਦਰੀ ਇਹਦੇ ਬਹਾਨੇ ਇੱਕ ਦਿਨ ਇਕੱਠੀ ਹੋ ਜਾਂਦੀ ਹੈ। ਸੁਨ ਕਰ ਬਿਕਸੇ ਗੁਰੂ ਕਿਰਪਾਲ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਉਹਦੀ ਬਾਤ ਨੂੰ ਸੁਣ ਕਰਕੇ ਮਹਾਰਾਜ ਸੋਚਣ ਲੱਗੇ ਵੀ ਇਹ ਕਹਿ ਕੀ ਰਿਹਾ ਹੈ। ਇੰਨੇ ਜੀਆਂ ਦਾ ਵਧ ਇਹ ਕਰਨਗੇ, ਇੰਨੇ ਜੀਆਂ ਨੂੰ ਇਹ ਮਾਰਨਗੇ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣ ਕਰਕੇ ਵਿਕਸੇ ਹਨ। ਭਲੋ ਕਰਨ ਹਿਤ ਕਹਿ ਤਿਸ ਕਾਲ। ਪਾਤਸ਼ਾਹ ਸ਼ੀਹੇ ਉਪਲ ਦਾ ਭਲਾ ਕਰਨ ਹਿਤ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਚਨ ਕਰਨ ਲੱਗੇ। ਇਤਨੇ ਜੀਵਨ ਹਿੰਸਾ ਕਰੇ। ਲੱਗੇ ਤੁਸੀਂ ਇੰਨੇ ਜੀਆਂ ਨੂੰ ਤੁਸੀਂ ਮਾਰੋਗੇ, ਇੰਨੇ ਜੀਆਂ ਨੂੰ ਤੁਸੀਂ ਖਤਮ ਕਰੋਗੇ। ਤੁਹਾਨੂੰ ਕਿਸ ਨੇ ਇਹ ਆਗਿਆ ਦਿੱਤੀ? ਤੁਸੀਂ ਇੰਨੇ ਜੀਆਂ ਨੂੰ ਤੁਸੀਂ ਖਤਮ ਕਰੋਗੇ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜਦੋਂ ਆਪਾਂ ਬਚਨ ਪੜ੍ਹਨੇ ਹਾਂ ਕਿ ਜਿਸ ਪ੍ਰਕਾਰ ਕਾਕੂ ਕਹੋ ਕਸਾਈ, ਪਾਵਨ ਪਵਿੱਤਰ ਮੁਬਾਰਕ ਬਚਨਾਂ ਦੇ ਅੰਦਰ ਤੁਸੀਂ ਆਪਣੀ ਰਸਨਾ ਦੇ ਸਵਾਦ ਹਿੱਤ ਕਹਿੰਦੇ ਇਹ ਕਾਰਜ ਤੁਸੀਂ ਕਰਦੇ ਹੋ। ਤੇ ਜੇ ਉਹ ਕਸਾਈਆਂ ਨੂੰ ਮਾਰਨ, ਭਾਵ ਬੱਕਰਿਆਂ ਨੂੰ ਜਾਂ ਜੀਆਂ ਦਾ ਆਹਾਰ ਕਰਨ ਵਾਲਿਆਂ ਨੂੰ ਤੁਸੀਂ ਕਸਾਈ ਸ਼ਬਦ ਕਹਿੰਦੇ ਹੋ, ਤੇ ਫਿਰ ਇਹਨਾਂ ਵਿੱਚੋਂ ਭਲਾ ਦੱਸੋ ਕੌਣ ਪਵਿੱਤਰ ਕੌਣ ਪੁਨੀਤ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਚਨ ਪਏ ਇੱਥੇ ਕਰ ਰਹੇ ਹਨ। ਉਹਦੇ ਕੋਲ ਜਦੋਂ ਇੰਨੀ ਗੱਲ ਸੁਣੀ, ਇਤਨੇ ਜੀਵਨ ਹਿੰਸਾ ਕਰੈ, ਕਹਿੰਦੇ ਤੁਸੀਂ ਇੰਨਿਆਂ ਜੀਆਂ ਨੂੰ ਤੁਸੀਂ ਮਾਰੋਗੇ। ਪਾਪ ਵਿਸਾਲ ਆਪਨ ਸਿਰ ਧਰੇ। ਔਰ ਵੱਡਾ ਤੁਹਾਨੂੰ ਇਸ ਬਾਤ ਦਾ ਪਾਪ ਲੱਗੇਗਾ। ਅਬ ਤੋ ਸੁਗਮ ਜਾਨੀਏ ਕਰਬੋ। ਹੁਣ ਤੁਸੀਂ ਇੱਕ ਸਹੀ ਕਾਰਜ ਤੁਸੀਂ ਇਹ ਕੰਮ ਕਰੋ। ਅੰਤਮਾ ਦੁਖ ਨਰਕਨ ਪਰਬੋ। ਤਾਂ ਤੁਹਾਨੂੰ ਇਹ ਜਾਪਦਾ ਹੈ ਵੀ ਅਸੀਂ ਅੱਛਾ ਕਾਰਜ ਪਏ ਕਰ ਰਹੇ ਹਾਂ ਸੀਹਾਂ ਉਪਲ, ਪਰ ਤੂੰ ਆਪਣਾ ਅੰਤਮ ਸਮਾਂ ਜਾਣ, ਤੇਰਾ ਅੰਤਮ ਸਮਾਂ ਕੀ ਆਵੇਗਾ। ਦੇਹ ਸ਼ਾਸਨਾ ਜਿਮ ਕੇ ਦੂਤ। ਇਸ ਪ੍ਰਕਾਰ ਤੈਨੂੰ ਜਮ ਦੇ ਦੂਤ ਆਣ ਕਰਕੇ ਫਿਰ ਤੈਨੂੰ ਤਾੜਨਾ ਦੇਣਗੇ, ਦੰਡ ਦੇਣਗੇ। ਤਹਾਂ ਨ ਪਹੁੰਚੇ ਬੰਦਪ ਪੂਤ। ਔਰ ਤੇਰੇ ਕੀਤੇ ਪਾਪਾਂ ਦੇ ਬਦਲੇ ਤੇਰੀ ਥਾਂ ਤੇ ਕੋਈ ਬਰਾਦਰੀ ਦੇ ਲੋਕ ਨਹੀਂ ਆਉਣਗੇ। ਤੇਰੇ ਕੀਤੇ ਪਾਪਾਂ ਦੇ ਬਦਲੇ ਤੇਰੇ ਪੁੱਤਰ ਨੇ ਉਸ ਥਾਂ ਤੇ ਨਹੀਂ ਆਉਣਾ। ਇਹਦੇ ਵੱਟੇ ਤੈਨੂੰ ਹੀ ਇਹ ਸਾਰਾ ਦੁੱਖ ਸਹਿਣਾ ਪੈਣਾ ਹੈ। ਜਿਨ ਕੇ ਹਿਤ ਅਗ ਕਰਮ ਕਮਾਏ। ਜਿਨ੍ਹਾਂ ਦੇ ਹਿੱਤ, ਜਿਨ੍ਹਾਂ ਦੇ ਵਾਸਤੇ ਤੂੰ ਇਹ ਪਾਪ ਕਰਮ ਕਮਾਉਣ ਲੱਗਾ ਹੈ। ਤਹਾਂ ਨ ਰੰਚਕ ਹੋਏ ਸਹਾਏ। ਕਿਸੇ ਨੇ ਵੀ ਆਣ ਕੇ ਉਸ ਥਾਂ ਤੇ ਸਹਾਈ ਨਹੀਂ ਹੋਣਾ। ਸੁਖ ਭੋਗेंगे ਸਗਰੇ ਲੋਕ। ਬਾਕੀਆਂ ਨੇ ਤਾਂ ਚਲੋ ਆਣ ਕੇ ਸਾਰੇ ਲੋਕਾਂ ਨੇ ਸੁਖ ਭੋਗਣੇ ਹਨ, ਪਰ ਹਾਂ ਮਣਾ ਸ਼ੀਹਾਂ ਉਪਲ ਜੋ ਤੂੰ ਹੱਥੀ ਕਮਾਏਗਾ ਉਹ ਤੂੰ ਆਪਣੇ ਕੀਤੇ ਹੋਏ ਨੂੰ ਤੂੰ ਪਾਵੇਂਗਾ। ਜੋ ਤੂੰ ਕਮਾਏਗਾ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰ ਆਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਇਹ ਉਪਦੇਸ਼ ਸੀਹੇ ਉਪਲ ਨੂੰ ਆਉਂਦਿਆਂ ਰਸਤੇ ਵਿੱਚ ਮਹਾਰਾਜ ਜੀ ਇਹ ਬਚਨ ਕਹਿ ਰਹੇ ਹਨ। ਅਪਦਾ ਪਰੇ ਤੋਏ ਵੱਡ ਸ਼ੋਕ। ਆਣ ਕੇ ਤੇਰੇ ਸਿਰ ਤੇ ਵਿਪਤਾ ਪੈ ਗਈ, ਵੱਡਾ ਫਿਰ ਸ਼ੋਕ ਤੈਨੂੰ ਸ਼ੋਕ ਗ੍ਰਸਿਆ ਜਾਵੇਗਾ। ਧਰਮ ਰਾਏ ਜਬ ਕਰਹਿ ਲੇਖਾ। ਧਰਮਰਾਜ ਦੀ ਕਚਹਿਰੀ ਵਿੱਚ ਇਸ ਪ੍ਰਕਾਰ ਲੇਖਾ ਜੋਖਾ ਹੋਇਆ। ਲਹੇ ਮਾ ਦੁਖ ਰਹੇ ਨ ਸ਼ੇਖਾ। ਔਰ ਤੂੰ ਵੱਡਾ ਦੁੱਖ ਪ੍ਰਾਪਤ ਕਰੇਗਾ ਜਦੋਂ ਸਾਰਾ ਹਿਸਾਬ ਕਿਤਾਬ ਹੋਇਆ। ਸੁਨ ਸ਼ੀਹੇ ਪੈ ਧਾਰ ਬਡੇਰੇ। ਇੰਨੀ ਗੱਲ ਸੁਣ ਕਰਕੇ ਜਦੋਂ ਸੀਹੇ ਉਪਲ ਨੇ ਇੰਨੀ ਗੱਲ ਸਾਰੀ ਪਾਤਸ਼ਾਹ ਜੀ ਦੀ ਰਸਨਾ ਤੋਂ ਸੁਣੀ, ਕਹਿਓ ਕਰੋ ਜਸ ਆਇਸ ਤੇਰੇ। ਹੁਣ ਫਿਰ ਤੁਸੀਂ ਦੱਸੋ ਫਿਰ ਮੈਂ ਕੀ ਕਰ ਸਕਦਾ ਹਾਂ। ਮਹਾਰਾਜ ਹੁਣ ਤੁਸੀਂ ਮੈਨੂੰ ਇਹ ਰਸਤਾ ਚਾਨਣ ਦੱਸੋ ਫਿਰ ਮੈਂ ਕੀ ਕਰਾਂ। ਸ਼੍ਰੀ ਗੁਰ
ਕਹਾਂ ਕਰੋ ਉਪਚਾਰ। ਮਹਾਰਾਜ ਕੀ ਉਪਚਾਰ ਕਰਾਂ, ਸਾਡੇ ਕੁਲ ਦੀ ਰੀਤ ਇਹ ਆਈ ਹੈ, ਸਾਡੇ ਜਠੇਰਿਆਂ ਦੀ ਇਹ ਰੀਤ ਹੈ ਪੁਰਾਣੀ। ਆ ਕਈ ਵਾਰ ਜਦੋਂ ਕੋਈ ਵੀ ਇੱਕ ਘਰ ਦੇ ਅੰਦਰ ਜਾਂ ਕੋਈ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੇ ਜੰਮਣ ਤੇ ਕਈ ਨਗਰਾਂ ਦੇ ਅੰਦਰ ਪਿੰਡਾਂ ਵਿੱਚ ਵੇਖਿਆ ਗਿਆ ਕਿ ਜਦੋਂ ਬੱਚੇ ਬੱਚੀ ਦਾ ਵਿਆਹ ਹੋਵੇ ਜੀ ਫਲਾਣੇ ਥਾਂ ਤੇ ਮੱਥਾ ਪੀਰ ਤੇ ਮੱਥਾ ਟੇਕ ਕੇ ਆਓ, ਜਠੇਰਿਆਂ ਦੇ ਸਾਡੀ ਇਹ ਕੁੱਲ ਦੀ ਰੀਤ ਹੈ। ਤੇ ਮਹਾਰਾਜ ਜੀਆਂ ਨੇ ਬਚਨ ਬਾਣੀ ਵਿੱਚ ਲਿਖੇ ਹਨ, ਘਰ ਕੇ ਜਠੇਰੇ ਕੀ ਚੂਕੀ ਕਾਣ, ਘਰ ਕੇ ਜਠੇਰੇ ਕੀ ਚੂਕੀ ਕਾਣ। ਦੁਆਬੇ ਵਾਲਾ ਪਾਸਾ ਬਹੁਤਾਤ ਵਿੱਚ ਜਠੇਰਿਆਂ ਨੂੰ ਬਹੁਤ ਪੂਜਕ ਹੈ। ਤੇ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਕੀ ਬਾਣੀ ਦੀ ਗੱਲ ਮੰਨਣੀ ਹੈ ਕਿ ਜਠੇਰਿਆਂ ਦੀ ਗੱਲ ਮੰਨਣੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਉਹਨਾਂ ਵੇਲਿਆਂ ਦੇ ਅੰਦਰ ਤਾਂ ਇਹ ਬਹੁਤਾਤ ਵਿੱਚ ਸੀ। ਮਹਾਰਾਜ ਸਾਡੇ ਪੁਰਾਤਨ ਸਮੇਂ ਤੋਂ ਸਾਡੇ ਘਰ ਦੇ ਅੰਦਰ ਜਠੇਰਿਆਂ ਦੇ ਇਸ ਪ੍ਰਕਾਰ ਸਾਡੇ ਘਰ ਦੇ ਆਏ ਹਨ। ਮਹਾਰਾਜ ਹੁਣ ਤੁਸੀਂ ਨਿਰਮਲ ਰਸਤਾ ਦੱਸ ਦਿਓ, ਹੁਣ ਮੈਂ ਕੀ ਕਰ ਸਕਦਾ ਹਾਂ। ਸ਼ੀਹੇ ਉਪਲ ਨੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਤੋਂ ਪਾਤਸ਼ਾਹ ਜੀਆਂ ਦੇ ਪਾਸੋਂ ਇਸ ਪ੍ਰਕਾਰ ਪੁੱਛਿਆ ਹੈ, ਜਿਸ ਤੇ ਹੋਏ ਨਾ ਜੀਵ ਸੰਘਾਰ। ਮਹਾਰਾਜ ਦੋਵੇਂ ਪੱਖ ਮੇਰੇ ਰਹਿ ਜਾਣ, ਜਠੇਰੇ ਵੀ ਜੇ ਕੋਈ ਹੈ ਤੇ ਉਹ ਵੀ ਨਾ ਤੰਗ ਕਰਨ, ਤੇ ਪਾਤਸ਼ਾਹ ਮੈਂ ਪ੍ਰਮਾਤਮਾ ਦੇ ਘਰ ਤੋਂ ਵੀ ਬੇਮੁਖ ਨਾ ਹੋਵਾਂ, ਕੋਈ ਉਹ ਮੈਨੂੰ ਨਿਰਮਲ ਰਸਤਾ ਦੱਸੋ। ਨੀਕੀ ਬਾਤ ਆਪ ਮੁਝ ਕਹੋ, ਰਸਤਾ ਤੁਸੀਂ ਨਿਰਮਲ ਮੈਨੂੰ ਨੀਕੀ ਬਾਤ ਸਹੀ ਰਸਤੇ ਦੇ ਉੱਪਰ ਤੁਸੀਂ ਮੈਨੂੰ ਪਾਂਧੀ ਬਣਾ ਦੇਵੋ। ਬਚ ਜਿਮ ਰਹੋ ਸੋ ਮੈਂ ਪੀ ਚਾਹੂੰ, ਜਿਵੇਂ ਮੈਂ ਪੀ ਬਚ ਜਾਵਾਂ ਆਪ ਜੀਆਂ ਦੇ ਨਿਰਮਲ ਉਪਦੇਸ਼ ਨੂੰ ਮੈਂ ਪੀ ਧਾਰਨ ਕਰ ਸਕਾਂ। ਹੋਏ ਨਾ ਪਾਪ ਨਰਕ ਨੈ ਪਰੋਂ, ਮੈਂ ਵੀ ਨਰਕ ਦੇ ਅੰਦਰ ਨਾ ਜਾਵਾਂ, ਪਾਪਾਂ ਵਸ ਨਾ ਹੋਵਾ। ਜੀਵ ਘਾਤ ਤੇ ਚਿਤ ਮੈਂ ਡਰੋ, ਔਰ ਚਿੱਤ ਦੇ ਅੰਦਰ ਮੈਨੂੰ ਵੀ ਹੈ ਕਿ ਜੀਵ ਘਾਤ ਤੋਂ ਮੈਂ ਵੀ ਬਚ ਜਾਵਾਂ। ਆਪ ਸ਼ਕਤ ਤਰ ਹੋ ਸਮਰੱਥ, ਪਾਤਸ਼ਾਹ ਤੁਸੀਂ ਸਰਬ ਕਲਾ ਸਮਰੱਥ ਹੋ, ਪਾਤਸ਼ਾਹ ਆਪ ਸਰਬੱਗ ਹੋ। ਰਾਖੋ ਮੋਏ ਪ੍ਰਭੂ ਦੇਵ ਹੱਥ, ਕਿਰਪਾ ਕਰਕੇ ਤੁਸੀਂ ਮੈਨੂੰ ਨਿਰਮਲ ਉਪਦੇਸ਼ ਦੇ ਕਰਕੇ ਰੱਖ ਲਵੋ। ਤੁਮ ਤੇ ਬੜੋ ਕਹਾਂ ਮੈਂ ਪਾਵਾਂ, ਪਾਤਸ਼ਾਹ ਤੁਹਾਡੇ ਨਾਲੋਂ ਵੱਡਾ ਹੋਰ ਮੈਨੂੰ ਕੋਈ ਵੀ ਮਿਲ ਨਹੀਂ ਸਕਦਾ ਜੋ ਇਸ ਮਾਰਗ ਦੇ ਉੱਪਰ ਨਿਰਮਲ ਉਪਦੇਸ਼ ਦੇ ਸਕੇ। ਪਰਿਓ ਸ਼ਰਨ ਮੈਂ ਨਿਤ ਗੁਣ ਗਾਵਾਂ, ਮਾਲਕ ਜੀ ਮੈਂ ਆਪ ਜੀਆਂ ਦੀ ਸ਼ਰਨ ਦੇ ਅੰਦਰ ਪੈ ਕਰਕੇ ਨਿਤਾ ਪ੍ਰਤ ਮੈਂ ਗੁਣ ਗਾਵਾਂ। ਇਹ ਪ੍ਰਥਮ ਪਹਿਲੀ ਵਾਰ ਸ਼ੀਹਾਂ ਉੱਪਲ ਇਹ ਮਿਲਿਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ, ਔਰ ਉਸ ਵਕਤ ਤੱਕ ਇਹ ਮਾਲਕ ਦੇ ਘਰ ਸਿੱਖੀ ਘਰਾਣੇ ਵਿੱਚ ਨਹੀਂ ਸੀ ਆਇਆ। ਬਹੁਤਾਤ ਵਿੱਚ ਬੜੇ ਐਸੇ ਸਨ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਘਰਾਣੇ ਵਿੱਚ ਲੈ ਕਰਕੇ ਆਏ। ਮਹਾਰਾਜ ਹੁਣ ਤੁਸੀਂ ਮੈਨੂੰ ਨਿਰਮਲ ਉਪਦੇਸ਼ ਦੇਵੋ, ਜਿਮ ਇਹੋ ਜੀਵ ਘਾਤ ਨੈ ਹੋਵੇ, ਕਿਸੇ ਪ੍ਰਕਾਰ ਦੇ ਨਾਲ ਇਹ ਜੀਵ ਘਾਤ ਨਾ ਹੋਵੇ, ਨਹੀਂ ਜਠੇਰਨ ਕੋ ਦੁਖ ਜੋਵੇ, ਔਰ ਜਠੇਰਿਆਂ ਦਾ ਵੀ ਦੁੱਖ ਨਾ ਲੱਗੇ। ਅਸ ਉਪਾਏ ਅਬ ਆਪੇ ਅਲਾਵੋ, ਤੁਸੀਂ ਹੁਣ ਇਹ ਉਪਾਅ ਮੈਨੂੰ ਦੱਸਣਾ ਕਰੋ। ਆਪਣੋ ਸੇਵਕ ਜਾਨ ਬਤਾਵੋ, ਸੇਵਕ ਜਾਣ ਕਰਕੇ ਪਾਤਸ਼ਾਹ ਤੁਸੀਂ ਮੈਨੂੰ ਇਹ ਮਾਰਗ ਦੱਸਣਾ ਕਰੋ, ਨਿਰਮਲ ਮਾਰਗ ਦਾ ਉਪਦੇਸ਼ ਦੇਵੋ। ਇਮ ਬਿਨਤੀ ਸੁਨ ਕੈ ਤਿਸ ਕੇਰੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਦੀ ਬੇਨਤੀ ਨੂੰ ਸੁਣ ਕਰਕੇ ਭਏ ਕਿਰਪਾਲ ਪਨਿਓ ਬਚ ਫੇਰੀ। ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ਼ੀਹੇ ਉੱਪਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਿਰਮਲ ਘਰ ਦਾ ਉਪਦੇਸ਼ ਦਿੱਤਾ। ਮਮ ਦੁਆਰੇ ਸਿੱਖ ਕੋ ਕਰੋ, ਕਹਿਣ ਲੱਗੇ ਭਾਈ ਤੁਸੀਂ ਆਪਣੇ ਪੁੱਤਰ ਨੂੰ ਤਥਾ ਸਾਰੀ ਬਰਾਦਰੀ ਨੂੰ ਤੁਸੀਂ ਇਸ ਦਿਨ ਗੁਰੂ ਦੇ ਘਰ ਵਿੱਚ ਲੈ ਕੇ ਆਵੋ। ਗੁਰੂ ਘਰ ਦੇ ਅੰਦਰ ਲਿਆ ਕਰਕੇ ਮਾਲਕ ਜੀਆਂ ਦੇ ਨਿਰਮਲ ਪਾਵਨ ਪਵਿੱਤਰ ਬਾਣੀ ਸੰਗ ਤੁਸੀਂ ਜੁੜਨਾ ਕਰੋ। ਤੁਸੀਂ ਇਹ ਜੋ ਮੁੰਡਨ ਆਦ ਪਏ ਕਰਦੇ ਹੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਐਸਾ ਵਿਵਰਜਿਤ ਹੈ ਜੋ ਇਹ ਸਿੱਖੀ ਕੇਸ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੇ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਹੀ ਬਖਸ਼ ਦਿੱਤੇ। ਜਦੋਂ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹੋ ਬਚਨ ਕੀਤੇ, ਮਰਦਾਨਿਆਂ ਕੇਸ ਕਤਲ ਨਾ ਕਰਾਈ। ਆਪਣੇ ਨਾਲ ਜਦੋਂ ਪਾਤਸ਼ਾਹ ਜੀਆਂ ਦੇ ਨਾਲ ਭਾਈ ਮਰਦਾਨਾ ਜੀ ਰਹੇ, ਨਿਰਮਲ ਉਪਦੇਸ਼ ਦਿੱਤਾ,
ਜਿੱਥੇ ਹੋਰ ਵੀ ਉਪਦੇਸ਼ ਦਿੱਤੇ, ਮਰਦਾਨਿਆਂ ਕੇਸ ਨਾ ਕਤਲ ਕਰਾਈ। ਜਿੱਥੇ ਆਪਾਂ ਕਹਿੰਦੇ ਆ ਮਾਲਕ ਜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਕਕਾਰ ਬਖਸ਼ਿਸ਼ ਕੀਤੇ, ਬਾਹਰੋਂ ਤਾਂ ਆਪਾਂ 4 ਕਕਾਰ ਹੀ ਖਰੀਦ ਸਕਦੇ ਆ, 5ਵਾਂ ਕਕਾਰ ਕੋਈ ਖਰੀਦ ਤਾਂ ਨਹੀਂ ਸਕਦਾ, ਕੋਈ ਖਰੀਦ ਤਾਂ ਨਹੀਂ। ਆਪਾਂ ਜਦੋਂ ਕੋਈ ਖੰਡੇ ਬਾਟੇ ਦੀ ਪੌਲ ਛਕੀਏ 4 ਕਕਾਰ ਹੀ ਖਰੀਦਦੇ ਹਾਂ, 5ਵਾਂ ਤਾਂ ਮਾਲਕ ਨੇ ਸਾਨੂੰ ਦਿੱਤਾ ਹੈ। ਅੱਜ ਤਾਂ ਹੀ ਤਾਂ ਜਦੋਂ ਅਰਦਾਸ ਵਿੱਚ ਆਪਾਂ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ, ਤੇ ਫਿਰ ਕੀ ਕਹਿੰਦੇ ਆ? ਕੇਸ ਦਾਨ। ਹੋਰ ਕਕਾਰਾਂ ਦਾ ਨਾਮ ਨਹੀਂ ਹੈ, ਕੇਸ ਦਾਨ ਉੱਥੇ ਲਿਖਿਆ ਹੈ, ਕਿਰਪਾਨ ਦਾਨ ਨਹੀਂ ਹੈ। ਤਨ ਤੋਂ ਤੇ ਇਹਨਾਂ 4 ਕ੍ਰੈਤਾਂ ਦੇ ਅੰਦਰ ਕੇਸ ਕਤਲ ਹੋ ਜਾਣ, 5 ਦੇ ਸਨਮੁਖ ਫਿਰ ਉੱਥੇ ਪੇਸ਼ ਹੋਣਾ ਪੈਂਦਾ ਹੈ। 5 ਸਾਵੇਂ 5 ਪਿਆਰਿਆਂ ਸਾਵੇਂ ਸਨਮੁਖ ਹੋ ਕਰਕੇ ਉੱਥੇ ਅਰਦਾਸ ਬੇਨਤੀ ਜੋਦੜੀ ਉੱਥੇ ਮਾਲਕ ਦੇ ਚਰਨਾਂ ਵਿੱਚ ਹੁੰਦੀ ਹੈ। 5 ਪਿਆਰੇ ਸਹਿਬਾਨ ਫਿਰ ਜੋ ਸੇਵਾ ਲਾਉਣ, ਜੋ ਤਨਖਾਹ ਲਾਉਣ, ਫਿਰ ਉਹਨੂੰ ਮੰਨਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਇਸ ਮਾਰਗ ਵਾਲੇ ਪਾਸੇ ਤੋਰਿਆ ਹੈ। ਪਰ ਹੁਣ ਇਹ ਵੀ ਬਾਤ ਹੈ, ਕਈ ਵਾਰ ਵੇਖਣ ਵਿੱਚ ਆਇਆ ਹੈ, ਖਿਮਾ ਕਰਨਾ ਸਾਧ ਸੰਗਤ ਜੀ, ਚਲੋ ਸ਼ਹਿਰ ਦੇ ਅੰਦਰ ਪਟਿਆਲੇ ਦੀ ਸੰਗਤ ਦੇ ਸੀਸ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀਆਂ ਬੜੀਆਂ ਬਖਸ਼ਿਸ਼ਾਂ ਹਨ, ਪਰ ਕਈ ਵਾਰ ਕੀ ਵੇਖਦੇ ਹਾਂ, ਸੰਗਤ ਕਹਿੰਦੀ ਹੈ ਭਾਈ ਸਾਹਿਬ ਜੀ ਬੱਚੇ ਸਾਡੀ ਗੱਲ ਨਹੀਂ ਮੰਨਦੇ। ਚਲੋ ਮੰਨ ਲਿਆ ਜਾਏ ਵੀ ਬੱਚਾ ਕੋਈ ਕਾਲਜੀਏਟ ਹੋਇਆ, ਕਾਲਜ ਵਿੱਚ ਗਿਆ, ਜਾਂ 10ਵੀਂ 12ਵੀਂ ਤੋਂ ਬਾਅਦ ਕਾਲਜ ਵਿੱਚ ਗਿਆ, ਵੀ ਉੱਥੇ ਕਹਿ ਦੇਵਾਂਗੇ ਵੀ ਬੱਚੇ ਨੂੰ ਹਵਾ ਲੱਗੀ। ਕੋਈ ਸੰਗਤ ਐਸੀ ਹੋ ਗਈ ਬੱਚੇ ਨੇ ਕੇਸ ਕਤਲ ਕਰਵਾ ਲਏ। ਚਲੋ ਜਦੋਂ ਕੋਈ ਕਾਲਜ ਵਿੱਚ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਕਿਸੇ ਨੇ ਲਿਆ, ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਬੱਚੇ ਦੀ ਉਮਰ ਹੋਵੇ 3 ਜਾਂ 4 ਸਾਲ ਦੀ। ਹੁਣ ਵੀ 3 ਜਾਂ 4 ਸਾਲ ਦਾ ਬੱਚਾ ਆਪ ਤਾਂ ਗਿਆ ਨਹੀਂ ਵੀ ਨਾਈ ਦੀ ਦੁਕਾਨ ਤੇ, ਜਾਂ ਨਾਈ ਦੀ ਦੁਕਾਨ ਤੇ ਬੱਚਾ ਗਿਆ ਹੈ, ਜਾਂ ਘਰ ਦੇ ਅੰਦਰ ਨਾਈ ਆਇਆ ਹੈ, ਕੋਈ ਨਾ ਕੋਈ ਬਾਤ ਤਾਂ ਬਣੀ ਹੈ। ਮਹਾਰਾਜ ਜੀਆਂ ਨੇ ਇਸ ਮਾਰਗ ਵਾਲੇ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰੋਕ ਦਿੱਤਾ, ਤੇ ਪਾਤਸ਼ਾਹ ਜੀਆਂ ਨੇ, ਸਤਿਗੁਰੂ ਮਹਾਰਾਜ ਜੀਆਂ ਨੇ ਜਦੋਂ ਆਪਾਂ ਕਹਿੰਦੇ ਆ ਕੇਸ ਕਤਲ ਕਰਨਾ ਕਿਸੇ ਨੂੰ, ਭਾਵੇਂ ਹਯਾਤੀ ਜਿਵੇਂ ਕੋਈ ਜਿਉਂਦਾ ਹੋਵੇ ਉਹਨੂੰ ਕਤਲ ਕਰ ਦੇਣਾ, ਉਹਦਾ ਕਿੱਡਾ ਵੱਡਾ ਪਾਪ ਹੈ, ਤੇ ਕੇਸਾਂ ਨੂੰ ਕਤਲ ਕਰ ਦੇਣਾ, ਉਹਨੂੰ ਕਤਲ ਸ਼ਬਦ ਲਿਖਿਆ ਹੈ। ਸਤਿਗੁਰੂ ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਅੱਜ ਕੱਲਾ ਸ਼ੀਏ ਉੱਪਰ ਨੂੰ ਇਸ ਬਾਤ ਦਾ ਨਹੀਂ, ਸਾਨੂੰ ਸਾਰਿਆਂ ਨੂੰ ਭਾਈ ਉਪਦੇਸ਼ ਦਿੱਤਾ ਕਿ ਨਿਰਮਲ ਮਾਰਗ ਦੇ ਤੁਸੀਂ ਪਾਂਦੀ ਬਣੋ। ਔਰ ਕੋ ਪਰਮ ਸਰਬ ਪਰ ਹਰੋ। ਹਿਰਦੇ ਦੇ ਜਿੰਨਾ ਵੀ ਇਹ ਹੈ ਨਾ, ਹਿਰਦੇ ਅੰਦਰ ਡਰ ਵੀ ਜਠੇਰੇ ਕੀ ਕਹਿਣਗੇ, ਭਾਈ ਸ਼ੀਆਂ ਉੱਪਰ ਇਹਨੂੰ ਡਰ ਨੂੰ, ਸਾਰੇ ਡਰ ਨੂੰ ਤੂੰ ਦੂਰ ਕਰ ਦੇ। ਬਿਗਨ ਜਠੇਰਨ ਕੋ ਨੈ ਹੋਏ। ਫਿਰ ਜਠੇਰਿਆਂ ਦਾ ਵਿਗਣ ਆਦ ਨਹੀਂ ਹੋਵੇਗਾ। ਸਿਮਰੋ ਸਤਨਾਮ ਦੁਖ ਖੋਏ। ਸਤਨਾਮ ਸ਼੍ਰੀ ਵਾਹਿਗੁਰੂ, ਇਹ ਪਾਵਨ ਪਵਿੱਤਰ ਮਾਲਕ ਦੇ ਨਾਮ ਨੂੰ ਤੁਸੀਂ ਜਪਣਾ ਕਰੋ। ਜਿਨ ਕੋ ਦੁਖਦਾਇਕ ਤੂੰ ਜਾਣੇ। ਜਿਨ੍ਹਾਂ ਨੂੰ ਤੂੰ ਦੁਖਦਾਇਕ ਕਰਕੇ ਹਿਰਦੇ ਅੰਦਰ ਇਸ ਗੱਲ ਨੂੰ ਤੂੰ ਲੈ ਕੇ ਡਰਨਾ ਹੈ, ਜਿਨ੍ਹਾਂ ਨੂੰ ਤੂੰ ਦੁਖਦਾਇਕ ਮੰਨਦਾ ਹੈ। ਜੋ ਤੇਰੇ ਸਭ ਬਿਗਨ ਨਠਾਨੇ। ਜੋ ਤੇਰੇ ਰਸਤੇ ਦੇ ਅੰਦਰ ਬਿਗਨ ਆਦ ਤੈਨੂੰ ਜਾਪਦਾ ਹੈ ਵੀ ਉਹ ਮੇਰੇ ਰਸਤੇ ਵਿੱਚ ਬਿਗਨ ਜਠੇਰੇ ਪਾਉਂਦੇ ਹਨ। ਸਰਬ ਔਰ ਤੇ ਹੋਏ ਰਖਵਾਰ। ਸਾਰੇ ਪਾਸੇ ਉਸ ਗੁਰੂ ਕਾ ਸ਼ਬਦ ਤੇਰੀ ਰੱਖਿਆ ਕਰੇਗਾ। ਗੁਰੂ ਕੇ ਸਿੱਖਾ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਤੂੰ ਰਾਮ ਦੇ ਨਾਮ ਦੀ ਕਾਰ ਕੱਢ ਤਾਂ ਸਹੀ, ਤੂੰ ਰੱਬ ਦੇ ਨਾਮ ਦੀ ਕਾਰ ਆਪਣੇ ਦੁਆਲੇ ਵਾਹ ਤਾਂ ਸਹੀ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਫਿਰ ਉੱਥੇ ਕੋਈ ਜਮ ਆਦ ਨਹੀਂ ਠਹਿਰਦੇ, ਕੋਈ ਵੀ ਫਿਰ ਉੱਥੇ ਵਿਗੜ ਨਹੀਂ ਹੋਵੇਗਾ। ਸਭ ਸੁਖ ਦੇਹ ਨਾ ਕਾਜ ਬਿਗਾਰੇ। ਤੈਨੂੰ ਸੁਖ ਦੇਣਗੇ। ਅੱਜ ਸਗਰੇ ਅਬ ਦੀਜੇ ਛੋਰ। ਸਾਰੇ ਅੱਜ ਜਿਤਨੇ ਬੱਕਰੇ ਆਦ ਹਨ ਇਹਨਾਂ ਨੂੰ ਛੱਡ ਦੇਵੋ। ਨਰਕ ਨਿਹਾਰੇ ਨੇ ਦੁਖ ਘੋਰ।
ਹੋਰ ਤੁਸੀਂ ਨਰਕਾਂ ਦੇ ਪਾਂਦੀ ਨਹੀਂ ਬਣੋਗੇ। ਸੁਨੇ ਬਚਨ ਤਰ ਸ਼ਰਧਾ ਮਾਨੀ। ਇਹ ਉਪਲ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਮੁਖ ਤੋਂ ਇਹ ਬਚਨ ਸੁਣ ਕਰਕੇ ਬੜੇ ਪ੍ਰਸੰਨ ਹੋਏ ਹਨ। ਹਾਥ ਜੋੜੇ ਆਪਣੋ ਹਿਤ ਜਾਣੀ। ਹੱਥ ਜੋੜ ਕਰਕੇ ਆਪਣਾ ਭਲਾ ਇਸ ਗੱਲ ਵਿੱਚ ਜਾਣਿਆ। ਅੱਜ ਖਲਾਸ ਤਿਸ ਛਿਨ ਸਭ ਕੀਨੇ। ਉਸੇ ਵਕਤ ਇਹਨੇ ਸੇਵਕਾਂ ਨੂੰ ਸ਼ੀਂਹ ਉਪਲ ਨੇ ਸੇਵਕਾਂ ਨੂੰ ਨੌਕਰਾਂ ਚਾਕਰਾਂ ਨੂੰ ਕਿਹਾ ਵੀ ਇਹਨਾਂ ਨੂੰ ਛੱਡ ਦੇਵੋ। ਗੁਰ ਕੇ ਚਰਨ ਕਮਲ ਮਨ ਲੀਨੇ। ਗੁਰੂ ਦੇ ਚਰਨ ਕਮਲਾਂ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੈ। ਜਾਏ ਸਦਨ ਸਭ ਜੇਤਕ ਤਿਆਰੀ। ਔਰ ਫਿਰ ਘਰ ਦੇ ਅੰਦਰ ਇਹ ਗਿਆ ਜਿੰਨੀ ਵੀ ਤਿਆਰੀ ਆਦ ਸੀ। ਆਨਤ ਪਾ ਗੁਰ ਕੇਰ ਅਗਾਰੀ। ਔਰ ਗੁਰੂ ਦੇ ਸਨਮੁਖ ਆਣ ਕੇ ਗੁਰੂ ਦੇ ਦੁਆਰੇ ਤੇ ਆਣ ਕੇ ਇਕੱਤਰ ਹੋਏ ਹਨ। ਆਪਣੇ ਬੰਧੂ ਤਹਾਂ ਹਕਾਰੇ। ਜਿੰਨੇ ਵੀ ਕੋਈ ਬਰਾਦਰੀ ਵਾਲੇ ਦੂਰ ਦਰਾਡੇ ਦੇ ਕੋਈ ਰਿਸ਼ਤੇਦਾਰ ਸਨ, ਸ਼ੀਂਹ ਉਪਲ ਨੇ ਕਹਿ ਦਿੱਤਾ ਹੁਣ ਘਰ ਦੇ ਅੰਦਰ ਨਹੀਂ ਗੁਰੂ ਘਰ ਵਿੱਚ ਹੀ ਸਾਰੇ ਇਕੱਤਰ ਹੋਵੋ, ਉੱਥੇ ਹੀ ਇਹ ਸਾਰੇ ਕਾਰਜ ਆਪਾਂ ਕਰਨੇ ਹਨ। ਬੌਰ ਪੁੱਤਰ ਕੋ ਸ੍ਰੀ ਗੁਰਦੁਆਰੇ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦੁਆਰੇ ਤੇ ਲਿਜਾ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਕਮਲਾਂ ਦੇ ਚਰਨਾਮ੍ਰਿਤ ਆਪਾਂ ਉੱਥੋਂ ਹੀ ਛਕਾਂਗੇ। ਭਲੀ ਪਾਤ ਕਰਵਾਇਵ ਤੈਸੇ। ਔਰ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸਿੱਖੀ ਘਰ ਦੇ ਅੰਦਰ ਸ਼ੀਹਾਂ ਉਪਲ ਤੇ ਇਹਦਾ ਪਰਿਵਾਰ ਸਾਰਾ ਮਹਾਰਾਜ ਜੀਆਂ ਦੇ ਚਰਨਾਂ ਦਾ ਸਿੱਖ ਚਰਨਾਂ ਦਾ ਭੌਰਾ ਇਹ ਪਰਿਵਾਰ ਬਣਿਆ। ਪਹਿਤ ਪਾਤ ਕੋ ਦੀਨ ਆਹਾਰਾ। ਔਰ ਲੰਗਰ ਦੇ ਅੰਦਰ ਬਣੇ ਹੋਏ ਪ੍ਰਸ਼ਾਦ ਇਹਨਾਂ ਨੇ ਛਕਿਆ ਹੈ। ਰੁਚ ਕਰ ਖਾਏ ਸਰਬ ਪਰਵਾਰਾ। ਔਰ ਬੜੇ ਪ੍ਰੇਮ ਸਹਿਤ ਭਾਵਨਾ ਸਹਿਤ ਸਾਰੇ ਉੱਥੇ ਜੁੜੇ ਹਨ। ਸਿੱਖ ਸੰਗਤ ਸਭ ਹੋਣੇ ਅਚਾਵਾ। ਔਰ ਜਿੰਨੇ ਵੀ ਨਾਲ ਇਹਦੇ ਕੋਈ ਆਏ ਜਿਨ੍ਹਾਂ ਦੇ ਹਿਰਦੇ ਅੰਦਰ ਡਰ ਸੀ ਵੀ ਆ ਵੇਖੋ ਸ਼ੀਂਹ ਉਪਲ ਨੇ ਜਠੇਰਿਆਂ ਦੀ ਗੱਲ ਨਹੀਂ ਮੰਨੀ, ਬੜਾ ਨੁਕਸਾਨ ਹੋਏਗਾ, ਕਿਉਂਕਿ ਕੋਲੋਂ ਕਹਿਣ ਵਾਲੇ ਵੀ ਤਾਂ ਹੁੰਦੇ ਨੇ ਨਾ ਵੀ ਵੇਖੋ ਇਹਨੇ ਜਠੇਰਿਆਂ ਜਿਹੜੀ ਕੁੱਲ ਦੀ ਰੀਤ ਸੀ ਇਹਨੇ ਉਹ ਤਿਆਗ ਦਿੱਤੀ ਹੈ। ਕਹਿੰਦੇ ਮੈਂ ਸਾਰੀ ਰੀਤ ਤਿਆਗ ਦਿੱਤੀ, ਹੁਣ ਕੇਵਲ ਮੇਰੇ ਕੋਲ ਇੱਕੋ ਰੀਤ ਹੈ, ਉਹ ਹੈ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦੀ ਸਿੱਖੀ ਦੀ ਰੀਤ। ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦਾ ਪੱਲਾ ਪਕੜਿਆ ਹੈ। ਬਿਗਨ ਕਛੂ ਨੈ ਹੋਵਨ ਪਾਵਾ। ਕੋਈ ਵੀ ਵਿਗਨ ਮੈਨੂੰ ਨਹੀਂ ਹੁਣ ਲੱਗੇਗਾ। ਸਤਿਗੁਰ ਕੋ ਪ੍ਰਤਾਪ ਅਤ ਭਾਰੀ। ਸਤਿਗੁਰੂ ਜੀ ਦਾ ਵੱਡਾ ਪ੍ਰਤਾਪ ਭਾਰੀ ਪ੍ਰਤਾਪ ਹੈ। ਬਿਗਨਕਾਰ ਹੋਏ ਰਖਵਾਰੀ। ਮਹਾਰਾਜ ਵਿਗਨਕਾਰਾਂ ਤੋਂ ਆਪ ਰੱਖਿਆ ਕਰਦੇ ਹਨ। ਪੂਰਨ ਸਕਲ ਕਾਜ ਤਿਨ ਕਰਿਓ। ਕਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇਹ ਕਾਰਜ ਸਾਰੇ ਪੂਰਨ ਕਰਨ ਵਾਲੇ ਹਨ। ਸ਼੍ਰੀ ਗੁਰ ਪੰਥ ਹਿਰਦੇ ਦ੍ਰਿੜ ਧਰਿਓ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਦੱਸੇ ਹੋਏ ਰਸਤੇ ਨੂੰ ਪੰਥ ਨੂੰ ਇਸ ਪੰਥ ਨੂੰ ਆਪਣੇ ਹਿਰਦੇ ਅੰਦਰ ਸੇਵਕ ਤਥਾ ਉਹਦੇ ਪਰਿਵਾਰ ਨੇ ਧਾਰਨ ਕੀਤਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸ਼ੀਹਾਂ ਉਪਲੇ ਦਾ ਪਰਿਵਾਰ ਸਿੱਖੀ ਮਾਰਗ ਵਾਲੇ ਪਾਸੇ ਆਇਆ। ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਭਾਵਨਾ ਦੇ ਨਾਲ ਟਹਿਲ ਪਾਣੀ ਸੇਵਾ ਦੇ ਅੰਦਰ ਜੁੜਿਆ। ਇੱਥੇ ਹੀ ਸਾਧ ਸੰਗਤ ਸਮਾਂ ਸਮਾਪਤ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਯੋਗ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਆਪ ਬਖਸ਼ ਲੈਣ ਬੇਨਤੀ ਹੈ। ਸਾਧ ਸੰਗਤ ਜੀਓ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੰਮੇਰੇ ਸਮੇਂ ਤੋਂ ਕਾਲ ਕੋਠੜੀਆਂ ਦੇ ਅੰਦਰ ਲਗਭਗ 28 ਸਾਲਾਂ ਤੋਂ ਗੁਰੂ ਕੇ ਪਿਆਰੇ ਸਿੰਘ ਜੇਲ੍ਹਾਂ ਦੇ ਅੰਦਰ ਕਾਲ ਕੋਠੜੀਆਂ ਦੇ ਅੰਦਰ ਬੰਦ ਹਨ। ਭਾਵੇਂ ਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਵੀ ਕਰ ਲਈਆਂ ਹਨ, ਪਰ ਫਿਰ ਵੀ ਅਜੇ ਰਿਹਾਈ ਨਹੀਂ ਹੋਈ। ਸੋ ਇਹਦੇ ਸਬੰਧ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਿੰਘ ਸਭਾਵਾਂ ਦੇ ਸਹਿਯੋਗ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ ਕੱਲ ਨੂੰ 9 ਵਜੇ ਸਮਾਗਮ ਇਸ ਪ੍ਰਕਾਰ ਉਲੀਕੇ ਹਨ ਕਿ ਡੀਸੀ ਦਫ਼ਤਰ ਦੇ ਅੰਦਰ ਉਸ ਥਾਂ ਤੇ ਇੱਕ ਧਰਨੇ ਦੇ ਵਜੋਂ ਜਾਣਾ ਹੈ। ਸੋ ਸਾਧ ਸੰਗਤ ਜੀਓ, ਕੱਲ ਨੂੰ 9 ਵਜੇ ਤੋਂ ਲੈ ਕਰਕੇ 12 ਵਜੇ ਤੱਕ ਇਹ ਸਾਰੇ ਕਾਰਜ ਹਨ। ਸੋ ਬੇਨਤੀ ਹੈ ਸਾਧ ਸੰਗਤ ਜੀ, ਇਹਨਾਂ ਵਿੱਚ ਵੀ ਆਪ ਜੀਆਂ ਨੇ ਜ਼ਰੂਰ ਸ਼ਮੂਲੀਅਤ ਕਰਨੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਵਾਹਿਗੁਰੂ 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 ਹੇ ਅਚੁਤ ਹੈ ਪਾਰ ਬ੍ਰਹਮਾ ਨਾਸੀ ਅਗਨਾ ਹੇ ਪੂਰਨ ਹੈ ਸਰਬ ਮਾ ਪੰਜਨ ਗੁਣਤਾ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਾਵਟੇ ਹੇ ਗੋਬਿੰਦ ਹੇ ਗੁਣ ਨਿਦਾਨ ਤਾਕੇ ਸਦਾ ਬਵੇ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਾ ਕਾ ਸਦਾ ਸੰਗ ਧਾਰਾ ਆਧਾਰ ਠਾਕੁਰ ਹਉ ਦਾਸ ਰੂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜਾ ਨਾਮ ਦਾ ਕੋਈ ਐ ਪਰੋ ਆਏ ਪ੍ਰਭ ਸ਼ਰਨਾਗਤੇ ਪਾਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੂਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਪੁਰ ਪਾਰੇ ਉਤਾਰਨਿਆ ਜੋ ਸ਼ਰਧਾ ਕਰ ਸੇਵੰਦੇ ਪੁਰ ਪਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਵਾਹਿਗੁਰੂ।